बिना सब तो वध ठगियां वज रही ने। ਸੋ ਸਭ ਤੋਂ ਪਹਿਲੀ ਮਿਸਟੇਕ ਕਸਟਮਰਸ ਕੀ ਕਰਦੇ ਆ ਕਿ ਸਾਡੇ ਨਾਲ ਇਮੀਡੀਏਟਲੀ ਜਦੋਂ ਕੋਈ ਇਦਾਂ ਦੀ ਐਕਟੀਵਿਟੀ ਹੁੰਦੀ ਹੈ ਜਾਂ ਮਿਸਲੀਡਿੰਗ ਹੈ ਜਾਂ ਕੋਈ ਵੀ ਐਕਟੀਵਿਟੀ ਹੈ, ਅਸੀਂ ਕਸਟਮਰ ਕੇਅਰ ਦਾ ਨੰਬਰ ਲੱਭਣ ਲਈ ਗੂਗਲ ਤੇ ਜਾ ਰਹੇ ਹਾਂ। ਵੈਲਕਮ ਟੂ ਇਹ ਵਾਲਾ ਬੈਂਕ ਐਂਡ ਬੜੇ ਇੱਕ ਜੈਨੂਇਨ ਵੇ ਨਾਲ, ਐਂਡ ਸਾਨੂੰ ਯਕੀਨ ਹੋ ਜਾਂਦਾ ਸ਼ਾਇਦ ਉਹ ਸੱਚੀ ਬੈਂਕ ਦੇ ਕਸਟਮਰ ਕੇਅਰ ਨਾਲ ਲੱਗਾ, ਬਟ ਇਨਸਟੈਡ ਆਫ ਬੈਂਕ ਉਹ ਕਿਸੇ ਫਰਾਡ ਨਾਲ ਕਨੈਕਟ ਕਰ ਜਾਂਦਾ ਹੈ। ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਅਸੀਂ ਨੰਬਰ ਪੋਸਟ ਕੀਤਾ ਹੋਇਆ, ਸਾਨੂੰ ਕਾਲਸ ਆਉਣੀਆਂ, ਮਤਲਬ ਪ੍ਰੀ ਪਲੈਨਿੰਗ ਹੈ ਇਹ। ਸੋ ਵਿਕਟਿਮ ਤੋਂ ਸਭ ਤੋਂ ਪਹਿਲਾਂ ਦੀ ਇਹ ਆਈਡੀ ਮੰਗੀ ਜਾਂਦੀ ਓਵਰ ਦੀ ਕਾਲ ਤੇ ਗੱਲ ਕਰਦੇ ਕਰਦੇ ਉਹ ਤੋਂ ਆਈਡੀ ਮੰਗੀ ਜਾਂਦੀ ਹੈ ਕਿ ਤੁਹਾਡੀ ਆਈਡੀ ਕੀ ਹੈ। ਸੋ ਜਿੱਦਾਂ ਹੀ ਇਹ ਆਈਡੀ ਕਿਸੇ ਫਰਾਡਸਟਰ ਕੋਲ ਪਹੁੰਚਦੀ ਹੈ, ਫਰਾਡਸਟਰ ਆਪਣੇ ਫੋਨ ਤੇ ਉਹਦੀ ਆਈਡੀ ਫਿਲ ਕਰਕੇ ਜਸਟ ਕਲਿੱਕ ਕਰਦਾ ਹੈ ਰਿਮੋਟ ਕੰਟਰੋਲ। ਜਿੱਦੇ ਰਿਮੋਟ ਕੰਟਰੋਲ ਤੇ ਕਲਿੱਕ ਕੀਤਾ ਮਤਲਬ ਇਸ ਡਿਵਾਈਸ ਨੂੰ ਰਿਮੋਟਲੀ ਇੱਥੇ ਕੰਟਰੋਲ ਕੀਤਾ ਜਾਏਗਾ। ਬਿਲਕੁਲ ਇਸ ਫੋਨ ਦਾ ਜੋ ਵੀ ਸਕਰੀਨ ਵਿਊਅਰ ਇਹਨੂੰ ਕਹਿੰਦੇ ਕਿ ਸਾਰੀ ਸਕਰੀਨ ਇਸ ਫੋਨ ਦੇ ਵਿੱਚ ਆ ਜਾਏਗੀ। ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਫੋਨ ਦੀ ਸਕਰੀਨ ਜੋ ਵੀ ਇਹ ਪਰਸਨ ਕਰ ਰਿਹਾ ਬਿਲਕੁਲ ਸੇਮ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਇਹਦੇ ਮੈਸੇजेस ਕਿੱਥੇ ਨੇ? ਹਾਂ ਇਹ ਮੈਸੇਜ ਦੇਖ ਲਓ ਜੀ, OTP ਮੈਸੇजेस ਆਏਗਾ, ਸਾਰੇ ਮੈਸੇजेस ਤੁਹਾਨੂੰ ਇੱਧਰ ਹੀ ਦਿਖਣੇ ਹੋ ਸਕਦੇ, ਲਾਈਕ ਸਾਰੇ ਐਜ਼ ਇਟ ਇਜ਼ ਮੈਸੇजेस ਇੱਧਰ ਤੁਹਾਨੂੰ ਦਿਖਣਗੇ ਸਾਰੇ। ਉਹ ਮੈਸੇਜ ਖੁੱਲ ਗਏ, ਉਹ ਜੇ ਕੋਈ OTP ਆਉਂਦਾ ਆ ਤਾਂ ਫਿਰ ਉਹ ਸੇਮ ਸਾਰੀਆਂ ਚੀਜ਼ਾਂ ਖੁੱਲ ਜਾਣਗੀਆਂ। ਦੇਖੋ ਇੱਕ ਟੈਸਟਿੰਗ OTP ਇਹਦੇ ਉੱਤੇ ਫੋਨ ਤੇ ਕੋਈ ਟੈਸਟਿੰਗ OTP ਆਇਆ ਹੋਇਆ, ਸੋ ਉਹ ਫਰਾਡਸਟਰ ਨੇ ਉਹਨੂੰ ਕਾਲ ਤੇ ਦਿੱਤਾ ਨਹੀਂ, ਉਹਦੀ ਬਟ ਉਹਦੀ ਸਾਰੀ ਸਕਰੀਨ ਦੇਖ ਰਿਹਾ ਇਹਦੇ ਵਿੱਚ। ਲਾਸਟ ਮੰਥ ਇੱਕ ਵੈਬਸਾਈਟ ਕੰਪਰੋਮਾਈਜ਼ ਹੋਈ, ਬਹੁਤ ਹੀ ਪਪੂਲਰ ਹੈ ਫੂਡ ਆਰਡਰਿੰਗ ਐਪਲੀਕੇਸ਼ਨ ਡੋਮੀਨੋਜ਼ ਦੇ ਉੱਤੇ ਜਿੰਨਾ ਵੀ ਲੋਕਾਂ ਦਾ ਅਕਾਊਂਟ ਸੀਗਾ ਉਹਨਾਂ ਦੇ ਨੇਮ, ਉਹਨਾਂ ਦੇ ਘਰ ਦਾ ਐਡਰੈਸ, ਤੁਸੀਂ ਕੀ ਆਰਡਰ ਕੀਤਾ ਹੈ, ਤੁਹਾਡਾ ਫੋਨ ਨੰਬਰ ਐਂਡ ਉਹ ਸਾਰੀ ਡਿਟੇਲ ਪਬਲਿਕਲੀ ਡਿਸਕਲੋਜ਼ ਹੋ ਗਈ। ਉਹ ਹੈਕ ਹੋਣ ਦਾ ਮਤਲਬ ਤੁਹਾਡਾ ਡੇਟਾ ਜਿੰਨਾ ਵੀ ਉਸ ਵੈਬਸਾਈਟ ਦੇ ਕੋਲ ਸੀਗਾ ਉਹ ਸਾਰਾ ਇੰਟਰਨੈਟ ਤੇ ਪਬਲਿਕਲੀ ਆ ਗਿਆ। ਸੋ ਤੁਹਾਡੀਆਂ ਬੈਂਕਿੰਗ ਡਿਟੇਲਸ, ਕ੍ਰੈਡਿਟ ਕਾਰਡ ਡਿਟੇਲਸ ਉਹ ਉੱਥੋਂ ਦੀਆਂ ਇੰਟਰਨੈਟ ਤੇ ਲੀਕ ਹੋ ਗਈਆਂ। ਜਿਹੜਾ ਤੁਹਾਡੇ ATM ਕਾਰਡ ਉੱਤੇ 16 ਡਿਜਿਟਸ ਦਾ ਕੈਰੈਕਟਰਸ ਲਿਖੇ ਹੁੰਦੇ ਆ, ਇੱਕ ਉਹ ਡਿਟੇਲ 16 ਡਿਜਿਟਸ ਪਲੱਸ ਐਕਸਪਾਇਰੀ ਡੇਟ ਪਲੱਸ ਇੱਕ ATM ਕਾਰਡ ਦੇ ਬੈਕ ਸਾਈਡ ਜੇ ਤੁਸੀਂ ਹੁਣੇ ਖੋਲ ਕੇ ਦੇਖੋ ਇੱਕ ਤਾਂ ਦਾ ਇੱਕ ਕੈਰੈਕਟਰ ਵੀ ਕਿਹਾ ਜਾਂਦਾ ਹੈ, ਕਦੀ ਵੀ ਕਿਸੇ ਕਰਨੀਆਂ deepsing@gmail.com। ਸੋ ਇਹਨੂੰ ਚੈੱਕ ਕਰਦੇ ਹਾਂ ਕਿ ਜਿਹਦੀ ਵੀ ਮੇਲ ਆਈਡੀ ਹੈ ਕਿਆ ਉਹ ਕਦੀ ਕੰਪਰੋਮਾਈਜ਼ ਹੋਈ ਹੈ ਜਾਂ ਉਹਦਾ ਕਦੀ ਡੇਟਾ ਲੀਕ ਹੋਇਆ। ਐਂਡ ਤੁਸੀਂ ਇੱਥੇ ਦੇਖ ਪਾ ਰਹੇ ਹੋ ਜਿਸ ਵੀ ਪਰਸਨ ਦੀ ਇਹ ਮੇਲ ਆਈਡੀ ਹੈ 33 ਟਾਈਮਸ ਉਹਦਾ ਡੇਟਾ ਬ੍ਰੀਚ ਹੋਇਆ, ਮਤਲਬ ਉਹਦਾ ਅਕਾਊਂਟ ਬਹੁਤ ਸਾਰੀ ਵੈਬਸਾਈਟਸ ਤੇ ਹੋਊਗਾ ਬਟ ਉਹਦੇ ਚੋਂ 33 ਇਦਾਂ ਦੀਆਂ ਵੈਬਸਾਈਟਸ ਹੈ ਜਿਨ੍ਹਾਂ ਦਾ ਡੇਟਾ ਇੰਟਰਨੈਟ ਤੇ ਲੀਕ ਹੋਇਆ। 2013 ਵਿੱਚ ਕੰਪਰੋਮਾਈਜ਼ ਹੋਇਆ ਸੀ ਐਂਡ 153 ਮਿਲੀਅਨ ਲੋਕਾਂ ਦਾ ਐਂਡ ਉਸ ਵੈਬਸਾਈਟ ਤੇ ਇਸ mandeepsing@gmail ਦਾ ਅਕਾਊਂਟ ਸੀਗਾ। ਐਂਡ ਕੀ ਡੇਟਾ ਲੀਕ ਹੋਇਆ, ਉਹਦੀ ਈਮੇਲ ਆਈਡੀ, ਉਹਦੇ ਪਾਸਵਰਡਸ ਦੇ ਹਿੰਟ, ਉਹਦਾ ਐਕਚੁਅਲ ਪਾਸਵਰਡ ਐਂਡ ਯੂਜ਼ਰ ਨੇਮ। ਜਿੱਦਾਂ ਕਿ ਬਿਗ ਬਾਸਕਟ ਇੱਕ ਕੰਪਰੋਮਾਈਜ਼ ਹੋਈ ਸੀਗੀ ਅਕਤੂਬਰ 2020 ਵਿੱਚ। ਜੇ ਤਾਂ ਕਿਸੇ ਮੰਤਰੀ ਜਾਂ ਕਿਸੇ ਵੱਡੇ ਬੰਦੇ ਦੇ ਪੈਸੇ ਚੋਰੀ ਹੋ ਜਾਣ ਤਾਂ ਉਹ ਤਾਂ ਮਿੰਟੋ ਮਿੰਟ ਫੜ ਲਿਆਉਂਦੇ ਆ। ਐਗਜ਼ਾਮਪਲ CM ਦੀ ਵਾਈਫ ਦੀ ਸੀਗੀ, 23-24 ਲੱਖ ਰੁਪਈਆ ਲੈ ਆਂਦਾ ਉਹਨਾਂ ਨੇ। ਤੇ ਜੇ ਆਮ ਬੰਦੇ ਦੇ ਕਿਸੇ ਮੇਰੇ ਵਰਗੇ ਦੇ ਕਿਤੇ 10-20 ਹਜ਼ਾਰ ਨਿਕਲ ਜਾਣ ਤੇ ਉਹ ਕੰਪਲੇਂਟ ਜਾਂ ਇਹਦਾ ਕੋਈ ਮੁੜਨ ਦੀ ਸੰਭਾਵਨਾ ਹੈਗੀ ਹੈ? ਕੋਈ ਹੱਲ ਹੈਗਾ ਇਹਨਾਂ ਦਾ? ਜੇਕਰ ਤੁਹਾਡੇ ਨਾਲ ਕਦੀ ਆਨਲਾਈਨ ਠੱਗੀ ਹੋਈ ਹੈ ਜਾਂ ਤੁਸੀਂ ਕਦੀ ਸੁਣਿਆ ਹੈ ਤਾਂ ਇਹ ਖਬਰ ਅੱਜ ਕੱਲ ਚਰਚਾ ਇਹ ਚੱਲ ਰਹੀ ਹੈ ਕਿ OTP ਤੋਂ ਬਿਨਾਂ ਵੀ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਆ। ਉਹ ਪੈਸੇ OTP ਤੋਂ ਬਿਨਾਂ ਕਿੱਥੇ ਜਾਂਦੇ ਆ ਅਤੇ ਕਿੱਦਾਂ ਨਿਕਲਦੇ ਨੇ, ਇਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਦੇਵਾਂਗੇ ਅਤੇ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਕਿ ਤੁਹਾਡੇ ਫੋਨਾਂ ਦੇ ਵਿੱਚੋਂ, ਤੁਹਾਡੇ ਖਾਤਿਆਂ ਦੇ ਵਿੱਚੋਂ ਪੈਸੇ ਕਿੱਦਾਂ ਉੱਡਦੇ ਨੇ। ਮੇਰੇ ਨਾਲ ਸਾਈਬਰ ਐਕਸਪਰਟ ਪਲਵਿੰਦਰ ਸਿੰਘ ਹੁਣੀ ਹੈਗੇ ਨੇ, ਗੱਲਬਾਤ ਕਰਦੇ ਆ। ਤੇ ਸਭ ਤੋਂ ਪਹਿਲਾਂ ਤਾਂ ਪਲਵਿੰਦਰ ਜੀ ਤੁਹਾਡਾ ਧੰਨਵਾਦ, ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਪਲਵਿੰਦਰ, ਸਭ ਤੋਂ ਪਹਿਲਾਂ ਇਹੀ ਸਵਾਲ ਕਿ ਅੱਜ ਕੱਲ OTP ਤੋਂ ਬਿਨਾਂ ਵਾਲੀਆਂ ਠੱਗੀਆਂ ਬਹੁਤ ਆ ਰਹੀਆਂ ਨੇ। ਪਹਿਲਾਂ ਕਹਿੰਦੇ ਸੀ ਕਿ OTP ਤੋਂ ਬਿਨਾਂ ਠੱਗੀ ਨਹੀਂ ਵੱਜ ਸਕਦੀ, ਅੱਜ ਕੱਲ ਮੈਨੂੰ ਲੱਗਦਾ ਕਿ OTP ਤੋਂ ਬਿਨਾਂ ਸਭ ਤੋਂ ਵੱਧ ਠੱਗੀਆਂ ਵੱਜ ਰਹੀਆਂ ਨੇ। ਜੀ ਦੇਖੋ, ਜਿੱਦਾਂ ਅਸੀਂ ਡਿਜੀਟਲਾਈਜੇਸ਼ਨ ਵੱਧ ਰਹੇ ਹਾਂ, ਬਹੁਤ ਸਾਰੇ ਬੈਂਕਿੰਗ ਦੇ ਮੈਥਡ ਇਨਕਰੀਜ਼ ਹੋਏ ਆ, ਚਾਹੇ ਉਹ E-ਬੈਂਕਿੰਗ ਹੋ ਗਿਆ, ਨੈਟ ਬੈਂਕਿੰਗ ਹੋ ਗਿਆ ਜਾਂ UPI ਦੀ ਪੇਮੈਂਟਸ ਹੋ ਗਈਆਂ। ਸੋ ਛੋਟੇ ਤੋਂ ਛੋਟਾ ਵੈਂਡਰ ਵੀ ਟਰਾਈ ਕਰਦਾ ਕਿ ਇਨਸਟੈਡ ਆਫ ਗੈਟਿੰਗ ਕੈਸ਼ ਮਨੀ ਕਿ ਪੈਸੇ ਕੈਸ਼ ਲੈਣ ਦੀ ਬਜਾਏ ਖੁਦ ਕਹਿੰਦੇ ਕਿ ਸਰ ਗੂਗਲ ਪੇ, UPI ਕੁਛ ਇੱਦਾਂ ਪੇਮੈਂਟ ਸਾਨੂੰ ਕਰ ਦਿੱਤੀ ਜਾਏ, ਜਿਹੜੀ ਕਿ ਟਾਈਮ ਦੇ ਨਾਲ ਸਾਨੂੰ ਅੱਗੇ ਵਧਣਾ ਵੀ ਚਾਹੀਦਾ ਹੈ, ਸਾਨੂੰ ਯੂਜ਼ ਵੀ ਕਰਨੇ ਚਾਹੀਦੇ ਆ। ਪਰ ਇਹਦੇ ਲਈ ਥੋੜਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ OTP ਤੋਂ ਬਿਨਾਂ ਵੀ ਪੈਸੇ ਟ੍ਰਾਂਸਫਰ ਹੋ ਸਕਦੇ ਆ ਜਾਂ ਤੁਹਾਡੇ ਫੋਨ ਵਿੱਚ ਕੋਈ ਇਦਾਂ ਦੀ ਐਪਲੀਕੇਸ਼ਨ ਆ ਸਕਦੀ ਹੈ, ਤੁਹਾਡਾ ਡੇਟਾ ਕੋਈ ਮੋਨੀਟਰ ਕਰ ਸਕਦਾ ਹੈ। ਸੋ ਇਦਾਂ ਦੇ ਬਹੁਤ ਸਾਰੇ ਕੇਸਿਸ ਡੇਲੀ ਲੈਵਲ ਤੇ ਅਸੀਂ ਖੁਦ ਦੇਖ ਰਹੇ ਹਾਂ, ਸਾਡੇ ਜਾਣਕਾਰ
ਰਿਸ਼ਤੇਦਾਰ ਹੈ ਜਾਂ ਕੋਈ ਨੋਨ ਹੈ ਜਾਂ ਸਾਡੇ ਫਰੈਂਡ ਸਰਕਲ ਵਿੱਚ ਡੇਲੀ ਕੋਈ ਨਾ ਕੋਈ ਨਿਊਜ਼ ਵਿੱਚ ਸਾਨੂੰ ਇਦਾਂ ਦਾ ਕੇਸ ਦੇਖਣ ਨਹੀਂ ਮਿਲ ਰਿਹਾ। ਸੋ OTP ਤੋਂ ਬਿਨਾਂ ਠੱਗੀ ਹੁੰਦੀ ਕਿੱਦਾਂ ਆ ਕਿ ਸਭ ਤੋਂ ਪਹਿਲਾਂ ਫਰਾਡਸਟਰ ਤੁਹਾਡੇ ਨਾਲ ਇੱਕ ਬਹੁਤ ਵਧੀਆ ਕਮਿਊਨੀਕੇਸ਼ਨ ਕਰਦਾ ਹੈ, ਜੋ ਕੋਈ ਵੀ ਪਲੇਟਫਾਰਮ ਤੋਂ ਸਟਾਰਟ ਹੋ ਸਕਦੀ ਹੈ। ਹੋ ਸਕਦਾ ਤੁਹਾਨੂੰ ਕੋਈ ਅਨਨੋਨ ਫਰੈਂਡ ਐਡ ਕੀਤਾ ਕਿਸੇ ਸੋਸ਼ਲ ਮੀਡੀਆ ਤੇ, ਜਾਂ ਤੁਸੀਂ OLX ਦੇ ਉੱਤੇ ਕੋਈ ਪ੍ਰੋਡਕਟ ਸੇਲ ਕਰਨ ਲਈ ਪਾਇਆ ਹੈ, ਜਾਂ ਕੋਈ ਫੇਸਬੁੱਕ ਦੇ ਉੱਤੇ ਤੁਹਾਨੂੰ ਕੋਈ ਪ੍ਰੋਡਕਟ ਪਸੰਦ ਆ ਗਿਆ, ਤੁਸੀਂ ਉਹ ਬਾਏ ਕਰਨ ਜਾ ਰਹੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਡੀਲ ਕਮਿਊਨੀਕੇਸ਼ਨ ਹੋ ਰਹੀ ਹੈ। ਸੋ ਇਹਦੇ ਵਿੱਚ ਫਰਾਡਸਟਰ ਕਰਦਾ ਕੀ ਹੈ, ਤੁਹਾਨੂੰ ਇੱਕ ਲਿੰਕ ਭੇਜਦਾ ਹੈ ਜਿਹਦੇ ਵਿੱਚ ਉਹ ਕਹਿੰਦਾ ਕਿ ਸਾਡੀ ਕੰਪਨੀ ਦੀ ਐਪਲੀਕੇਸ਼ਨ ਹੈ ਐਂਡ ਇਹ ਲਿੰਕ ਤੁਹਾਨੂੰ ਐਪਲੀਕੇਸ਼ਨ ਆਪਣੇ ਫੋਨ 'ਚ ਇੰਸਟਾਲ ਕਰਨੀ ਹੈ। ਬਹੁਤ ਹੀ ਪਪੂਲਰ ਨੇਮ ਹੈਗਾ, ਜਿੱਦਾਂ ਕਿ ਕੁਇਕ ਸਪੋਰਟ ਇਹਨੂੰ ਕਿਹਾ ਜਾਂਦਾ ਹੈ, ਕੋਈ ਇਹਨੂੰ ਐਨੀ ਡੈਸਕ ਕਹਿ ਦਿੰਦੇ ਆ, ਕੋਈ ਇਹਨੂੰ ਟੀਮ ਵੀਵਰ ਕਹਿ ਦਿੰਦੇ ਆ। ਸੋ ਡਿਫਰੈਂਟ ਨਾਮ ਹੈ, ਕੰਮ ਸਾਰਿਆਂ ਦਾ ਸੇਮ ਹੈ। ਤੁਹਾਡੀਆਂ ਗੱਲਾਂ ਦੇ ਵਿੱਚ ਇਹ ਗੱਲ ਮਤਲਬ ਪਹਿਲਾਂ ਤਾਂ ਕੀ ਹੁੰਦਾ ਸੀਗਾ ਕਿ ਫੋਨ ਆਉਂਦੇ ਸੀਗੇ ਕਿ ਤੁਸੀਂ ਇਹ ਆਫਰ ਲਓਗੇ, ਤੁਸੀਂ ਇਦਾਂ ਕਰੋਗੇ, ਬੈਂਕ ਖਾਤੇ ਤੁਹਾਡੇ ਹੈਕ ਹੋ ਗਏ ਨੇ, ਤੁਹਾਨੂੰ ਸਿਕਿਉਰਿਟੀ ਦੇਣੀ ਹੈ। ਪਰ ਕਈ ਵਾਰੀ ਅਸੀਂ ਆਪ ਹੀ ਗੱਲ ਵਿਵਤਾ ਪਵਾ ਲੈਂਦੇ ਆ ਕਿ ਇਹ ਕਿਵੇਂ ਹੁੰਦਾ, ਕਿਉਂਕਿ ਗੂਗਲ ਦੇ ਉੱਪਰ ਕਈ ਸਾਈਟਸ ਹੈਗੀਆਂ ਨੇ ਜਿੱਦਾਂ ਤੁਸੀਂ ਸਮਝਾ ਰਹੇ ਸੀਗੇ। ਉਹ ਵੀ ਦੱਸੋ ਕਿ ਅਸੀਂ ਆਪ ਕਿੱਦਾਂ ਠੱਗੀ ਦੇ ਸ਼ਿਕਾਰ ਹੋਣੇ। ਦੇਖੋ ਬਹੁਤ ਟਾਈਮ ਇਦਾਂ ਹੁੰਦਾ ਕਿ ਸਾਡੇ ਨਾਲ ਜੇ ਕੋਈ ਵਿਕਟਿਮ ਹੋਇਆ, ਜਿੱਦਾਂ ਕਿ ਅਸੀਂ ਆਨਲਾਈਨ ਫੂਡ ਆਰਡਰ ਕਰਦੇ ਹਾਂ ਜਾਂ ਅਸੀਂ ਬੈਂਕ ਦੀ ਕੋਈ ਲਿਮਿਟ ਇਨਕਰੀਜ਼ ਕਰਵਾਉਣੀ ਹੈ। ਪਿੱਛੇ ਦਿਨ ਇੱਕ ਲੁਧਿਆਣਾ ਦੇ ਇੰਡਸਟਰੀਅਲਿਸਟ ਨਾਲ ਵੀ ਇਦਾਂ ਦਾ ਫਰਾਡ ਹੋਇਆ। ਸੋ ਅਸੀਂ ਕੀ ਕਰਦੇ ਹਾਂ, ਇੱਕ ਬੜਾ ਹੀ ਕਾਮਨ ਮਿਸਟੇਕ ਅਸੀਂ ਕਰਦੇ ਹਾਂ ਕਿ ਜਦੋਂ ਅਸੀਂ ਕਦੀ ਕਸਟਮਰ ਕੇਅਰ ਦੇ ਨਾਲ ਗੱਲ ਕਰਨੀ ਹੁੰਦੀ ਹੈ, ਕਿਉਂਕਿ ਕਸਟਮਰ ਕੇਅਰ ਇੱਕ ਇਦਾਂ ਦਾ ਏਰੀਆ ਜਿਹਦੇ ਨਾਲ ਅਸੀਂ ਗੱਲ ਕਰਕੇ ਆਪਣੀ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਐਂਡ ਇਹੀ ਹਰ ਇੱਕ ਬੈਂਕਿੰਗ ਵੈਬਸਾਈਟ ਜਾਂ ਜਿੰਨੇ ਵੀ ਪਲੇਟਫਾਰਮਸ ਹੈ ਕਹਿੰਦੇ ਆ ਕਿ ਜੇ ਤੁਹਾਡੇ ਨਾਲ ਕੋਈ ਵੀ ਫਰਾਡ ਹੈ ਤੁਸੀਂ ਸਾਡੇ ਕਸਟਮਰ ਕੇਅਰ ਨੂੰ ਰਿਪੋਰਟ ਕਰੋ। ਸੋ ਸਭ ਤੋਂ ਪਹਿਲੀ ਮਿਸਟੇਕ ਕਸਟਮਰਸ ਕੀ ਕਰਦੇ ਆ ਕਿ ਸਾਡੇ ਨਾਲ ਇਮੀਡੀਏਟਲੀ ਜਦੋਂ ਕੋਈ ਇਦਾਂ ਦੀ ਐਕਟੀਵਿਟੀ ਹੁੰਦੀ ਹੈ ਜਾਂ ਮਿਸਲੀਡਿੰਗ ਹੈ ਜਾਂ ਕੋਈ ਵੀ ਐਕਟੀਵਿਟੀ ਹੈ, ਅਸੀਂ ਕਸਟਮਰ ਕੇਅਰ ਦਾ ਨੰਬਰ ਲੱਭਣ ਲਈ ਗੂਗਲ ਤੇ ਜਾ ਰਹੇ ਹਾਂ। ਸੋ ਜਿੱਦਾਂ ਹੀ ਅਸੀਂ ਗੂਗਲ ਦੇ ਉੱਤੇ ਜਾ ਰਹੇ ਹਾਂ, ਗੂਗਲ ਦੇ ਉੱਤੇ ਕੋਈ ਵੀ ਨੰਬਰ ਸਰਚ ਕਰ ਰਹੇ ਹਾਂ ਐਂਡ ਸਿੰਪਲੀ ਸਰਚ ਕਰਦੇ ਹਾਂ, ਜੇ ਮੈਨੂੰ ਬੈਂਕ ਦਾ ਚਾਹੀਦਾ ਅਸੀਂ ਲੱਭਦੇ ਹਾਂ ਬੈਂਕ ਕਸਟਮਰ ਕੇਅਰ ਨੰਬਰ। ਹੋ ਸਕਦਾ ਉਹ ਅਸਲੀ ਬੈਂਕ ਦਾ ਵੀ ਆ ਜਾਏ, ਬਟ ਮੈਕਸਿਮਮ ਟਾਈਮਸ ਕੀ ਹੁੰਦਾ ਕਿਉਂਕਿ ਗੂਗਲ ਇੱਕ ਸਰਚ ਇੰਜਨ ਹੈ, ਗੂਗਲ ਕੋਲ ਬਹੁਤ ਸਾਰੀਆਂ ਵੈਬਸਾਈਟਸ ਹੈ, ਉਹ ਤੁਹਾਡੇ ਕੀਵਰਡਸ ਤੇ ਕੰਮ ਕਰਦਾ ਹੈ। ਜਿੱਦਾਂ ਅਸੀਂ ਸਰਚ ਕੀਤਾ ਬੈਂਕ ਕਸਟਮਰ ਕੇਅਰ ਨੰਬਰ, ਤਾਂ ਅਸਲੀ ਦੀ ਜਗ੍ਹਾ ਸਾਡੇ ਕੋਲ ਬਹੁਤ ਸਾਰੇ ਫਰੰਟ ਤੇ ਰਿਜ਼ਲਟ ਆਉਂਦੇ ਜਿਹੜੇ ਫਰਾਡ ਨੰਬਰਸ ਹੈ। ਜਿੱਦਾਂ ਹੀ ਅਸੀਂ ਉਹ ਨੰਬਰਸ ਤੇ ਕਾਲ ਕਰਦੇ ਹਾਂ ਐਂਡ ਸਾਨੂੰ ਇਹ ਸ਼ੋਅ ਕੀਤਾ ਜਾਂਦਾ ਹੈ ਕਿ ਬੈਂਕ ਲਾਈਕ ਅਸੀਂ ਬੈਂਕ ਪਰਸਨ ਬੋਲ ਰਹੇ ਹਾਂ ਐਂਡ ਸਾਨੂੰ ਬੜਾ ਅੱਛਾ ਇੱਕ ਵੈਲਕਮਿੰਗ ਮੈਸੇਜ ਆਉਂਦਾ, ਹੈਲੋ ਸਰ ਵੈਲਕਮ, ਤੁਸੀਂ ਵੈਲਕਮ ਟੂ ਇਹ ਵਾਲਾ ਬੈਂਕ ਐਂਡ ਬੜੇ ਇੱਕ ਜੈਨੂਇਨ ਵੇ ਨਾਲ, ਐਂਡ ਸਾਨੂੰ ਯਕੀਨ ਹੋ ਜਾਂਦਾ ਸ਼ਾਇਦ ਉਹ ਸੱਚੀ ਬੈਂਕ ਦੇ ਕਸਟਮਰ ਕੇਅਰ ਨਾਲ ਲੱਗਾ, ਬਟ ਇਨਸਟੈਡ ਆਫ ਬੈਂਕ ਉਹ ਕਿਸੇ ਫਰਾਡ ਨਾਲ ਕਨੈਕਟ ਕਰ ਜਾਂਦਾ ਹੈ। ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਅਸੀਂ ਨੰਬਰ ਪੋਸਟ ਕੀਤਾ ਹੋਇਆ, ਸਾਨੂੰ ਕਾਲਸ ਆਉਣੀਆਂ, ਮਤਲਬ ਪ੍ਰੀ ਪਲੈਨਿੰਗ ਹੈ ਇਹ। ਉਹ ਬੰਦੇ ਬੈਠੇ ਹੋਏ ਨੇ ਆਪਣੀ ਜਗ੍ਹਾ ਤੇ ਕਿ ਜੇ ਸਾਨੂੰ ਕਾਲ ਆਉਂਦੀ ਤਾਂ ਅਸੀਂ ਕਿਵੇਂ ਗੱਲ ਕਰਨੀ। ਜੀ ਬਿਲਕੁਲ, ਉਹ ਇੱਕ ਪ੍ਰੀ ਪਲੈਨਿੰਗ ਉਹਨਾਂ ਤੋਂ ਲਾਈਕ ਕਿੱਦਾਂ ਗੱਲ ਕਰਨੀ ਕਿ ਵੈਲਕਮ ਸਰ ਤੁਹਾਡਾ ਬੈਂਕ ਹੈ, ਸਾਡੀ ਹੈਲਪ ਕਰਾਂਗੇ, ਤੁਹਾਨੂੰ ਕੀ ਚਾਹੀਦਾ। ਸੋ ਮੇ ਬੀ ਕਿਸੇ ਫੂਡ ਸਾਡੇ ਕੋਲ ਗਲਤ ਆ ਗਿਆ, ਕੋਈ ਮੈਂ ਆਨਲਾਈਨ ਫੂਡ ਆਰਡਰ ਕੀਤਾ ਸੀ ਜਾਂ ਮੈਂ ਬੈਂਕ ਦੀ ਕੋਈ ਲਿਮਿਟ ਇਨਕਰੀਜ਼ ਕਰਵਾਉਣੀ ਹੈ, ਮੇਰੇ ਬੈਂਕ ਦੇ ਵਿੱਚੋਂ ਕੋਈ ਪੈਸੇ ਕੱਟੇ, ਕੁਝ ਵੀ ਰਿਲੇਟਡ ਆਪਾਂ ਕੰਪਲੇਂਟ ਰਜਿਸਟਰ ਕਰਵਾਉਣੀ ਹੈ, ਤਾਂ ਉਹ ਸਾਨੂੰ ਗੱਲ ਕਰਦੇ ਐਂਡ ਕਹਿੰਦੇ ਹਾਂਜੀ ਸਰ ਅਸੀਂ ਤੁਹਾਡੀ ਕੰਪਲੇਂਟ ਸੋਲਵ ਕਰਾਂਗੇ। ਐਂਡ ਕੰਪਲੇਂਟ ਸੋਲਵ ਕਰਦੇ ਕਰਦੇ ਸਾਨੂੰ ਇੰਨਾ ਟਰਸਟ ਲੈਵਲ ਵਿੱਚ ਲਿਆ ਜਾਂਦਾ ਹੈ ਕਿ ਸਾਡੀ ਪਰਸਨਲ ਇਨਫੋਰਮੇਸ਼ਨ ਫਿਰ ਮੰਗੀ ਜਾਂਦੀ ਹੈ। ਅੱਛਾ, ਉਸ ਤੋਂ ਬਾਅਦ ਜੋ ਪ੍ਰੈਕਟੀਕਲ ਆਪਾਂ ਕਰਕੇ ਦਿਖਾਉਂਦੇ, ਜੋ ਹੁੰਦੀ ਗੱਲਬਾਤ ਕਿ ਉਹ ਤੁਹਾਨੂੰ ਕੀ ਭੇਜਦੇ ਨੇ, ਕਿਹੜਾ ਲਿੰਕ ਹੁੰਦਾ, ਉਹ ਤੁਸੀਂ ਪ੍ਰੈਕਟੀਕਲ ਕਰਕੇ ਦਿਖਾਓ ਕਿ ਕਿੱਦਾਂ ਫਿਰ OTP ਤੋਂ ਬਿਨਾਂ ਪੈਸੇ ਉੱਡਦੇ ਜੀ। ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਇੱਕ ਤੁਹਾਡੇ ਕੋਲ ਲਿੰਕ ਆਏਗਾ, ਇੱਕ ਮੈਂ ਤੁਹਾਨੂੰ ਲਾਈਵ ਡੈਮੋ ਦਿਖਾਣਾ। ਕੁਇਕ ਸਪੋਰਟ ਨਾਮ ਦੀ ਐਪਲੀਕੇਸ਼ਨ ਹੈ ਕੁਝ ਜੀ। ਸੋ ਇੱਕ ਕੁਇਕ ਸਪੋਰਟ ਨਾਮ ਦੀ ਐਪਲੀਕੇਸ਼ਨ ਕੀ ਕਰਦੀ ਹੈ, ਇੱਕ ਯੂਨੀਕ ਆਈਡੀ ਹੁੰਦੀ ਹੈ ਇਸ ਐਪਲੀਕੇਸ਼ਨ ਦੀ। ਸੋ ਉਹ ਤੁਹਾਡੇ ਕੋਲ ਕੀ ਕਰਦੇ ਆ, ਅਸੀਂ ਲਾਈਕ ਦੋ ਡਿਵਾਈਸਿਸ ਲੈ ਰਹੇ ਹਾਂ, ਇਹ ਵਿਕਟਿਮ ਦਾ ਇਹ ਫੋਨ ਹੈਗਾ ਜਿਹੜਾ ਉੱਥੇ ਬੈਠਾ ਬੰਦਾ ਲਈ, ਬਿਲਕੁਲ ਇਹ ਫਰਾਡਸਟਰ ਦਾ। ਸੋ ਵਿਕਟਿਮ ਤੋਂ ਸਭ ਤੋਂ ਪਹਿਲਾਂ ਉਹਦੀ ਇਹ ਆਈਡੀ ਮੰਗੀ ਜਾਂਦੀ ਓਵਰ ਦੀ ਕਾਲ ਤੇ ਗੱਲ ਕਰਦੇ ਕਰਦੇ ਉਹ ਤੋਂ ਆਈਡੀ ਮੰਗੀ ਜਾਂਦੀ ਹੈ ਕਿ ਤੁਹਾਡੀ ਆਈਡੀ ਕੀ ਹੈ। ਸੋ ਜਿੱਦਾਂ ਹੀ ਇਹ ਆਈਡੀ ਕਿਸੇ ਫਰਾਡਸਟਰ ਕੋਲ ਪਹੁੰਚਦੀ ਹੈ, ਫਰਾਡਸਟਰ ਆਪਣੇ ਫੋਨ ਤੇ ਉਹਦੀ ਆਈਡੀ ਫਿਲ ਕਰਕੇ ਜਸਟ ਕਲਿੱਕ ਕਰਦਾ ਹੈ ਰਿਮੋਟ ਕੰਟਰੋਲ। ਜਿੱਦੇ ਰਿਮੋਟ ਕੰਟਰੋਲ ਤੇ ਕਲਿੱਕ ਕੀਤਾ, ਮਤਲਬ ਇਸ ਡਿਵਾਈਸ ਨੂੰ ਰਿਮੋਟਲੀ ਇੱਥੇ ਕੰਟਰੋਲ ਕੀਤਾ ਜਾਏਗਾ। ਇਹ ਫੋਨ ਦਾ ਡਾਟਾ ਸਾਰਾ ਇਸ ਫੋਨ ਦੇ ਵਿੱਚ ਆ ਜਾਏਗਾ। ਬਿਲਕੁਲ, ਇਸ ਫੋਨ ਦਾ ਜੋ ਵੀ ਸਕਰੀਨ ਵਿਊਅਰ ਇਹਨੂੰ ਕਹਿੰਦੇ ਕਿ ਸਾਰੀ ਸਕਰੀਨ ਇਸ ਫੋਨ ਦੇ ਵਿੱਚ ਆ ਜਾਏਗੀ। ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਫੋਨ ਦੀ ਸਕਰੀਨ ਜੋ ਵੀ ਇਹ ਪਰਸਨ ਕਰ ਰਿਹਾ ਬਿਲਕੁਲ ਸੇਮ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਓਕੇ, ਇਹ ਹੋ ਗਿਆ ਠੱਗ ਦਾ ਇਹ ਮੋਬਾਈਲ ਜੀ। ਸੋ ਇਹ ਠੱਗ ਉਹਦੇ ਫੋਨ ਨੂੰ ਆਪਣੀ ਸਕਰੀਨ ਤੇ ਦੇਖ ਪਾ ਰਿਹਾ ਸਾਰਾ ਆ ਗਿਆ। ਮੰਨ ਲਓ ਮੈਂ ਇਹਨੂੰ ਛੇੜਦਾ ਉਧਰ ਉਸੇ ਤਰੀਕੇ ਨਾਲ ਜੀ। ਬਿਲਕੁਲ ਜੀ, ਮੰਨ ਲਓ ਆਪਾਂ ਕੁਝ ਵੀ ਕਰਦੇ ਹਾਂ, ਚਲੋ ਇੱਕ ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿ ਜਿਵੇਂ ਆਹ ਦੇਖੋ ਕਿ ਆਪਣਾ ਫੋਨ ਖੁੱਲਦਾ ਜੀ, ਉੱਥੇ ਵੀ ਬਿਲਕੁਲ ਫੋਨ ਖੁੱਲ ਗਿਆ ਜੀ। ਕੋਈ ਨੰਬਰ ਆਪਾਂ 1 2 3 4 5 6 ਉਧਰ ਨੰਬਰ ਚੱਲ ਰਿਹਾ, ਤੁਹਾਨੂੰ ਐਜ਼ ਇਟ ਇਜ਼ ਇਹਦੇ ਵਿੱਚ ਦਿਖੇਗਾ। ਹੋ ਕੀ ਰਿਹਾ ਇਹਦੇ ਵਿੱਚ, ਠੱਗ ਕੀ ਕਰਦੇ ਆ, ਜਦੋਂ ਵਿਕਟਿਮ ਦੇ ਨਾਲ ਗੱਲ ਕਰਦੇ ਹੁੰਦੇ ਆ ਉਹਨੂੰ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਆਪਣੀ ਬੈਂਕਿੰਗ ਵੈਰੀਫਾਈ ਕਰਵਾਉਣੀ ਹੈ ਜਾਂ ਤੁਸੀਂ ਆਪਣਾ ਕੁਝ XYZ ਐਕਟੀਵਿਟੀ ਕਰਵਾਉਣੀ ਹੈ, ਤਾਂ ਵਿਕਟਿਮ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਫੋਨ ਦੇ ਵਿੱਚ ਅਕਾਊਂਟ ਲੌਗਇਨ ਕਰੋ
ਐਂਡ ਵਿਕਟਿਮ ਨੂੰ ਕੀ ਲੱਗਦਾ ਹੈ ਕਿ ਸ਼ਾਇਦ ਮੈਂ ਆਪਣੇ ਫੋਨ ਵਿੱਚ ਕਰ ਰਿਹਾ, ਨਾ ਤਾਂ ਮੈਂ ਆਈਡੀ ਕਿਸੇ ਨੂੰ ਦੇ ਰਿਹਾ, ਨਾ ਹੀ ਮੈਂ ਕਿਸੇ ਨੂੰ ਪਾਸਵਰਡ ਦੇ ਰਿਹਾ, ਨਾ ਹੀ ਮੈਂ ਕਿਸੇ ਨੂੰ OTP ਪ੍ਰੋਵਾਈਡ ਕਰ ਰਿਹਾ, ਬਟ ਹੁੰਦਾ ਕਿ ਜਿੱਦਾਂ ਹੀ ਉਹਦੇ ਫੋਨ ਦੇ ਵਿੱਚ ਕੁਝ ਵੀ ਐਕਟੀਵਿਟੀ ਹੁੰਦੀ ਹੈ, ਚਾਹੇ ਉਹ ਲੌਗਇਨ ਕਰ ਰਿਹਾ, ਯੂਜ਼ਰ ਨੇਮ ਫਿਲ ਕਰ ਰਿਹਾ, ਉਹ ਸਾਰਾ ਉਹਨੂੰ ਰਿਮੋਟਲੀ ਦਿਖ ਰਿਹਾ। ਜਿਵੇਂ ਕਿ ਛੋਟੀ ਜਿਹੀ ਐਗਜ਼ਾਮਪਲ ਹੈ, ਜਿਵੇਂ ਮੰਨ ਲਓ ਵੀ ਆਈਫੋਨ ਆ, ਇਹ ਐਂਡਰੋਇਡ ਆ, ਇਹਦਾ ਵੀ ਕੋਈ ਚੱਕਰ ਹੁੰਦਾ ਕਿ ਨਹੀਂ? ਤੇ ਇਹ ਤਾਂ ਖੁੱਲ ਗਿਆ, ਆਈਫੋਨ 'ਚ ਵੀ ਖੁੱਲ ਗਿਆ। ਨਹੀਂ, ਐਕਚੁਅਲੀ ਇਹ ਐਪਲੀਕੇਸ਼ਨ ਹੈ, ਇੱਕ ਕੁਇਕਸਪੋਰਟ ਟੀਮਵੀਵਰ ਨਾਮ ਦੀ ਐਪਲੀਕੇਸ਼ਨ ਹੈ। ਉਹ ਐਪਲੀਕੇਸ਼ਨ ਦਾ ਕੀ ਕੰਮ ਹੈ? ਇੱਕ ਜੈਨੂਇਨ ਕੰਮ ਕੀ ਹੈ ਕਿ ਅਗਰ ਕਿਸੇ ਨੂੰ ਵੀ ਫੋਨ 'ਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਇੱਕ ਟੈਕਨੀਕਲੀ ਕੰਪਨੀ ਇੱਕ ਉਹਨੂੰ ਲੈ ਕੇ ਫੋਨ ਨੂੰ ਟਰਬਲ ਸ਼ੂਟ ਕਰ ਸਕਦੀ ਹੈ ਕਿ ਕੋਈ ਪ੍ਰੋਬਲਮ ਆ ਰਹੀ ਹੈ, ਉਹਦੇ ਵਿੱਚ ਕੁਝ ਇੰਸਟਾਲ ਨਹੀਂ ਹੋ ਰਿਹਾ ਜਾਂ ਕੋਈ XYZ ਪ੍ਰੋਬਲਮ ਹੈ, ਤਾਂ ਉਹਨੂੰ ਰਿਮੋਟਲੀ ਲੈ ਕੇ ਦੇਖ ਸਕਦੀ ਹੈ। ਬਟ ਹੁਣ ਇਹ ਜਿਵੇਂ ਇਹਦੇ ਵਿੱਚ ਮੈਸੇਜ ਵਗੈਰਾ ਜੇ ਕੋਈ ਆਉਂਦਾ ਆ ਜਾਂ ਆਪਾਂ ਕੁਛ ਇੱਥੇ ਡਾਇਲ ਕਰਕੇ ਤਾਂ ਦੇਖ ਲਿਆ, ਇਹਦੇ ਮੈਸੇजेस ਕਿੱਥੇ ਨੇ? ਸੋ ਇਹਦੇ ਮੈਸੇजेस ਆ ਰਹੇ ਹਾਂ, ਇਹ ਮੈਸੇਜ ਦੇਖ ਲਓ ਜੇ OTP ਕੋਈ ਮੈਸੇजेस ਆਏਗਾ ਤਾਂ ਸਾਰੇ ਮੈਸੇजेस ਤੁਹਾਨੂੰ ਇੱਧਰ ਹੀ ਦਿਖਣੇ ਲਾਈਕ ਸਾਰੇ ਐਜ਼ ਇਟ ਇਜ਼ ਮੈਸੇजेस ਇੱਧਰ ਤੁਹਾਨੂੰ ਦਿਖਣਗੇ ਸਾਰੇ। ਉਹ ਮੈਸੇਜ ਖੁੱਲ ਗਏ, ਉਹ ਜੇ ਕੋਈ OTP ਆਉਂਦਾ ਆ ਤਾਂ ਫਿਰ ਉਹ ਸੇਮ ਸਾਰੀਆਂ ਚੀਜ਼ਾਂ ਖੁੱਲ ਜਾਣਗੀਆਂ। ਦੇਖੋ ਇੱਕ ਟੈਸਟਿੰਗ OTP ਇਹਦੇ ਉੱਤੇ ਫੋਨ ਤੇ ਕੋਈ ਟੈਸਟਿੰਗ OTP ਆਇਆ ਹੋਇਆ, ਸੋ ਉਹ ਫਰਾਡਸਟਰ ਨੇ ਉਹਨੂੰ ਕਾਲ ਤੇ ਦਿੱਤਾ ਨਹੀਂ ਉਹਦੀ, ਬਟ ਉਹਦੀ ਸਾਰੀ ਸਕਰੀਨ ਦੇਖ ਰਿਹਾ ਇਹਦੇ ਵਿੱਚ, ਉਹਦੀ ਪੂਰੀ ਸਕਰੀਨ, ਉਹਦਾ OTP, ਉਹਦੇ ਮੈਸੇजेस ਸਾਰੇ ਐਜ਼ ਇਟ ਇਜ਼ ਇਹਦੇ ਵਿੱਚ ਵਿਊ ਹੋ ਰਹੇ ਆ। ਬਿਲਕੁਲ ਦੋਵੇਂ ਮੋਬਾਈਲ ਮੈਂ ਕਹਿੰਦਾ ਮਨੀਸ਼ ਨੂੰ ਕਿ ਆ ਦੇਖੋ ਕਿ ਅੱਜ ਜਿਵੇਂ ਇਹ ਮੈਸੇਜ ਆ ਸਾਰੇ, ਇਹਦੇ ਵਿੱਚ ਇੰਪੋਰਟੈਂਟ ਮੈਸੇਜ ਵੀ ਹੋ ਸਕਦੇ ਆ, ਇਹਦੇ ਵਿੱਚ ਰੈਂਡਮਲੀ ਅਸੀਂ ਕੋਈ SMS ਓਪਨ ਕਰਕੇ ਦੇਖ ਲੈਂਦੇ ਆ। ਸੋ ਇੱਥੇ ਕੁਝ ਕੰਪਨੀਆਂ ਦੇ ਮੈਸੇजेस ਹੈ, ਸਮ 뮤직 ਐਪਲੀਕੇਸ਼ਨਸ ਆ, ਦੇਖਿਓ ਉਹ ਸੇਮ ਐਜ਼ ਇਟ ਇਜ਼ ਮੈਸੇਜ। ਸੋ ਇਹ OTP ਤੋਂ ਬਿਨਾ ਠੱਗੀ ਇਹਨੂੰ ਕਹਿੰਦੇ ਆ। ਇਹ OTP ਕਿਉਂਕਿ ਤੁਹਾਡਾ ਸਕਰੀਨ ਹੀ ਸਾਰੀ ਵਿਊਅਰ ਹੈ, ਤੁਸੀਂ ਓਵਰ ਦੀ ਕਾਲ, ਓਵਰ ਦਾ ਫੋਨ ਕਿਸੇ ਨੂੰ ਤੁਸੀਂ OTP ਪ੍ਰੋਵਾਈਡ ਨਹੀਂ ਕੀਤਾ। ਤੁਹਾਡਾ ਫੋਨ Facebook ਖੋਲ ਸਕਦਾ ਮੈਂ? ਜੀ। ਤਾਂ ਇਹ Facebook ਖੁੱਲ ਗਈ, ਤਾਂ ਇਹ ਚੀਜ਼ਾਂ ਹੈ। ਇਹਦੇ ਵਿੱਚ ਜਿੱਦਾਂ ਹੀ ਕੋਈ ਫੋਨ ਨੰਬਰ ਫਿਲ ਕੀਤਾ ਜਾਏਗਾ, ਦੇਖੋ ਜੇ ਮੰਨ ਲਓ ਕੋਈ ਫੋਨ ਨੰਬਰ ਹੈ, ਉਹਨੂੰ ਪੂਰਾ ਦਿਖ ਰਿਹਾ ਕਿ ਉਹਦਾ ਈਮੇਲ ਆਈਡੀ ਕੀ ਹੈ। ਐਂਡ ਸੇਮ ਚੀਜ਼ ਅਗਰ ਪਾਸਵਰਡ ਫਿਲ ਕੀਤਾ ਜਾਏਗਾ, ਜਿੱਦਾਂ ਮੈਂ ਪਲਵਿੰਦਰ, ਤਾਂ ਉਹਦੇ ਤੇ ਦਿਖੇਗਾ ਕਿ ਪਾਸਵਰਡ ਕੀ ਟਾਈਪ ਹੋ ਰਿਹਾ। ਉੱਥੇ ਤੁਸੀਂ P ਦੇਖ ਰਹੇ ਹੋ, ਉਹਦੇ ਵਿੱਚ ਉੱਪਰ P ਦਿਖ ਰਿਹਾ, ਠੀਕ ਹੈ। ਇਹ ਤੋਂ ਮੈਂ ਅਗਰ A ਕਰ ਰਿਹਾ, ਉਹਦੇ ਵਿੱਚ A ਦਿਖ ਰਿਹਾ, ਅਗਰ ਮੈਂ L ਕਰ ਰਿਹਾ VIN, ਸੋ ਸਾਰਾ ਉਹਨੂੰ ਦਿਖ ਰਿਹਾ ਕਿ ਇਹਦਾ ਪਾਸਵਰਡ ਵੀ ਕੀ ਹੈ। ਇਹ ਚੀਜ਼ਾਂ ਦੇ ਬੈਂਕਿੰਗ ਵਿੱਚ ਹੁੰਦੀਆਂ, ਇਦਾਂ ਹੀ ਸੋਸ਼ਲ ਮੀਡੀਆ 'ਚ ਹੈ, ਇਦਾਂ ਹੀ ਸਾਰੀ ਐਕਟੀਵਿਟੀਜ਼ ਵਿੱਚ ਹੋ ਰਹੀਆਂ। ਹੁਣ ਮੈਂ ਅਗਲਾ ਤੁਹਾਡੇ ਕੋਲ ਪਰਮਿਸ਼ਨ ਲੈਣਾ ਤਾਂ ਮੈਂ Paytm ਦੇਖ ਰਿਹਾ ਸੀਗਾ, ਆਹ Paytm, ਜੇ Paytm ਖੋਲੂੰਗਾ ਤਾਂ ਉਧਰ Paytm ਨਾਲ ਹੀ ਖੁੱਲ ਜਾਣਾ। ਕੁਝ ਵੀ ਲਾਈਕ Google Pay ਹੈ, Paytm ਹੈ, ਚਾਹੇ ਕੋਈ ਸੋਸ਼ਲ ਮੀਡੀਆ ਲੌਗਇਨ ਕਰੇ, ਕੋਈ ਵੀ ਐਕਟੀਵਿਟੀ ਇਸ ਵਿਕਟਿਮ ਦੇ ਫੋਨ ਵਿੱਚ ਹੋਏਗੀ, ਉਹ ਫਰਾਡਸਟਰ ਕਿਤੇ ਵੀ XYZ ਲੋਕੇਸ਼ਨ ਤੇ ਬੈਠ ਕੇ ਉਹਦਾ ਫੋਨ ਰਿਮੋਟਲੀ ਦੇਖਦਾ ਹੈ। ਇਹ ਕਾਰਨ ਹੈ ਵੱਡਾ ਜਿਹੜਾ OTP ਤੋਂ ਬਿਨਾ ਠੱਗੀਆਂ ਵਾਈ। ਜੀ ਬਿਲਕੁਲ। ਸੋ ਇਹਦੇ ਵਿੱਚ ਪੂਰੀ ਸਕਰੀਨ ਦਾ ਹੀ ਐਕਸੈਸ ਇੱਕ ਫਰਾਡਸਟਰ ਦੇ ਕੋਲ। ਮੰਨ ਲਓ ਵੀ ਇਹ ਬੰਦੇ ਕੋ ਕਿੰਨਾ ਚਿਰ ਸੈਸ ਰਹੇਗਾ ਇਸ ਫੋਨ ਦਾ, ਕੋਈ ਟਾਈਮ ਲਿਮਿਟ ਹੈ? ਇਦਾਂ ਦੀ ਕੋਈ ਟਾਈਮ ਲਿਮਿਟ ਨਹੀਂ ਹੈ, ਚਾਹੇ ਉਹ 1 ਘੰਟਾ ਕਰ ਲੇ, ਚਾਹੇ 5 ਘੰਟੇ। ਇਟਸ ਅਪਨ ਕਿ ਇਹ ਬੰਦਾ ਜਦੋਂ ਤੱਕ ਕਲੋਜ਼ ਨਹੀਂ ਕਰਦਾ ਜਾਂ ਇਸ ਪਰਸਨ ਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਵਿਊ ਹੋ ਰਿਹਾ ਹੈ, ਉਦੋਂ ਤੱਕ ਕੋਈ, ਕਿਉਂਕਿ ਇਹਦੇ ਤੇ ਕੋਈ ਅਲਰਟ ਨਹੀਂ ਆ ਰਿਹਾ, ਕੋਈ ਐਕਟੀਵਿਟੀ ਹੈ, ਨਾਰਮਲ ਫੋਨ ਚੱਲ ਰਿਹਾ, ਕੋਈ ਇਹਦੇ ਤੇ ਨਾ ਕੋਈ ਲਾਈਟ ਬਲਿੰਕ ਕਰ ਰਹੀ ਹੈ, ਕੁਝ ਲਾਈਟ ਬਲਿੰਕਿੰਗਸ ਨਹੀਂ ਹੈ, ਕੁਝ ਵੀ ਇਦਾਂ ਦਾ ਨਹੀਂ ਹੈ। ਅੱਗੇ ਕੀ ਹੁੰਦਾ ਸੀ, ਅੱਗੇ ਕਹਿੰਦੇ ਨੰਬਰ ਜਿਹੜੇ ਆ ਉਹ ਹਾਈਜੈਕ ਹੋ ਜਾਂਦੇ, ਨੰਬਰਾਂ ਨੂੰ ਕਰ ਲੈਂਦੇ ਆ, ਪਰ ਇਹ ਹੁਣ ਤਾਂ ਫੋਨ ਹੋਣ ਲੱਗ ਗਏ ਤੇ ਫਿਰ ਤਾਂ ਮੈਨੂੰ ਲੱਗਦਾ ਇਸ ਤੋਂ ਵੱਡੀ ਕੋਈ ਚੀਜ਼ ਹੀ ਨਹੀਂ ਰਹਿ ਗਈ, ਕਿਉਂਕਿ ਫੋਨ ਦੇ ਵਿੱਚ ਹੀ ਸਭ ਕੁਝ ਹੈ ਆਪਣੇ। ਬਿਲਕੁਲ। ਸੋ ਇਹਦੇ ਵਿੱਚ ਜੋ ਵੀ ਡੇਟਾ ਹੈਗਾ, ਚਾਹੇ ਕੋਈ ਫੋਟੋਜ਼ ਵਿਊ ਕਰ ਰਿਹਾ, ਚਾਹੇ ਕਾਲ ਲੌਗਸ ਹੈ, SMS ਹੈ, ਜਾਂ ਕੋਈ ਅਕਾਊਂਟ ਲੌਗਇਨ ਕਰ ਰਿਹਾ। ਫੋਟੋ ਵਾਲੀ ਵੀ ਇੱਕ ਵੇਖ ਲਈਏ ਵੀ ਫੋਟੋਜ਼ ਉਸੇ ਤਰੀਕੇ ਨਾਲ ਹੋ ਰਹੀਆਂ ਨੇ, ਇਹਦੇ ਵਿੱਚ ਫੋਟੋਜ਼ ਹੈਗੀਆਂ ਨੇ। ਤਾਂ ਮਨੀਸ਼ ਇੱਕ ਵਾਰੀ ਨੇੜੇ ਆ ਕੇ ਦਿਖਾਓ ਕਿ ਇਹਦੇ ਵਿੱਚ ਕੋਈ ਆਪਾਂ ਫੋਟੋ ਖਿੱਚ ਲੈਂਦੇ ਆ ਜਾਂ ਇੱਥੇ ਜਾਂ ਕੋਈ ਉਹਦਾ। ਜੀ ਇੱਕ ਸੈਕਿੰਡ। ਇਹਦੇ ਵਿੱਚ ਐਪਲੀਕੇਸ਼ਨਸ ਤੁਸੀਂ ਕਾਫੀ ਭਰ ਕੇ ਰੱਖੀਆਂ ਨੇ। ਚਲੋ ਆਪਾਂ ਕੈਮਰੇ ਦੇ ਉੱਤੇ ਕੋਈ ਫੋਟੋ ਖਿੱਚ ਲੈਂਦੇ ਆ। ਆਹ ਦੇਖੋ ਕਿ ਸੋ ਦੇਖੋ ਤੁਸੀਂ, ਉਹ ਕੈਮਰਾ ਉਧਰ ਉਸੇ ਤਰੀਕੇ ਨਾਲ ਓਪਨ ਹੋ ਗਿਆ। ਸੋ ਦੇਖ ਪਾ ਰਹੇ ਹੋ ਕਿ ਮੇਰਾ ਕੈਮਰਾ ਨੀਚੇ ਆ, ਤੁਹਾਡੇ ਫੋਨ ਦਾ ਕੈਮਰਾ ਰਿਮੋਟਲੀ ਮੈਨੂੰ ਇਹਦੇ ਵਿੱਚ ਦਿਖ ਪਾ ਰਿਹਾ। ਉਹ ਦੇਖੋ ਸੀ ਫੋਟੋ ਕੈਮਰਾ ਸਾਰਾ ਕੁਝ ਤੁਸੀਂ ਦੇਖ ਲਓ ਕਿ ਇਹ ਹੈਕ ਹੋਇਆ ਤੁਹਾਡਾ, ਕਿ ਜਿੱਦਾਂ ਕਹਿੰਦੇ ਹੋ ਤੁਸੀਂ ਵੀ OTP ਤੋਂ ਬਿਨਾ ਕਿਵੇਂ ਪੈਸੇ ਨਿਕਲ ਜਾਂਦੇ ਨੇ, OTP ਤੋਂ ਬਿਨਾ ਪੈਸੇ ਇਸ ਤਰੀਕੇ ਨਾਲ ਨਿਕਲਦੇ ਨੇ। ਤਾਂ ਇਹ ਖਬਰ ਦਿਖਾਉਣ ਦਾ ਮਕਸਦ ਇੱਕੋ ਇੱਕ ਹੈ ਕਿ ਤੁਸੀਂ ਸੁਚੇਤ ਹੋਵੋ, ਕਿਸੇ ਵੀ ਲਿੰਕ ਦੇ ਉੱਪਰ ਓਪਨ ਨਾ ਕਰੋ, ਕਿਸੇ ਵੀ ਗੂਗਲ ਦੇ ਉੱਪਰ ਜਾ ਕੇ ਕਿਸੇ ਨੂੰ ਵੀ ਕੋਈ ਲੱਭਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਗੂਗਲ ਇੱਕ ਇਦਾਂ ਦੀ ਡਿਵਾਈਸ ਆ ਕਿ ਉਹਦੇ ਵਿੱਚ ਜਿੱਥੇ ਓਰੀਜਨਲ ਚੀਜ਼ਾਂ ਨੇ, ਓਰੀਜਨਲ ਦੇ ਨਾਲ ਨਾਲ ਇੱਕ ਜੇ ਓਰੀਜਨਲ ਹੈ ਤਾਂ 100 ਡੁਪਲੀਕੇਟ ਆ। ਹੁਣ ਪਰਵਿੰਦਰ ਦੀ ਸਵਾਲ ਇਹ ਖੜਾ ਹੁੰਦਾ ਵੀ ਇਹ ਤਾਂ ਇੱਕ ਲਿੰਕ ਭੇਜਿਆ, ਸਾਡਾ ਫੋਨ ਹੈਕ ਹੋ ਗਿਆ, ਲਿੰਕ ਤੋਂ ਬਿਨਾਂ ਵੀ ਉੱਡ ਜਾਂਦਾ ਸਭ ਕੁਝ, ਉਹ ਕਿਵੇਂ ਹੁੰਦਾ? ਦੇਖੋ ਬਹੁਤ ਸਾਰੇ ਲੋਕਾਂ ਦੀ ਸਾਨੂੰ ਰੈਂਡਮਲੀ ਕਾਲਸ ਆਉਂਦੀਆਂ ਐਡਵਾਈਸ ਲੈਣ ਲਈ, ਕੰਸਲਟੈਂਸੀ ਲਈ, ਕਿ ਸਾਡਾ ਫੋਨ ਕੰਪਰੋਮਾਈਜ਼ ਹੋ ਗਿਆ। ਉਹਦੇ ਵਿੱਚ ਨਾ ਤਾਂ ਅਸੀਂ ਕੋਈ ਇਦਾਂ ਦੀ ਐਪਲੀਕੇਸ਼ਨ ਇੰਸਟਾਲ ਕੀਤੀ, ਨਾ ਹੀ ਅਸੀਂ ਪਲੇ ਸਟੋਰ ਤੋਂ, ਨਾ ਹੀ ਕੋਈ APK ਫਾਈਲ ਸਾਡੇ ਕੋਲ ਆਈ, ਬਟ ਫਿਰ ਵੀ ਸਾਡੇ ਅਕਾਊਂਟ 'ਚ ਕੁਝ ਟ੍ਰਾਂਜੈਕਸ਼ਨਸ ਹੋ ਗਈਆਂ, ਰਾਈਟ। ਨਾ ਉਹਨਾਂ ਨੇ ਕੋਈ OTP ਦਿੱਤਾ, ਨਾ ਹੀ ਉਹਨਾਂ ਨੇ ਕੋਈ ਇਦਾਂ ਦੀ ਐਪਲੀਕੇਸ਼ਨ ਇੰਸਟਾਲ ਕੀਤੀ, ਫਿਰ ਵੀ ਕਿੱਦਾਂ ਹੋ ਗਿਆ।
ਬਹੁਤ ਸਾਰੀਆਂ ਇਦਾਂ ਦੀਆਂ ਵੈਬਸਾਈਟਸ ਹੈ ਜਿਹਦੇ ਤੇ ਅਸੀਂ ਆਪਣਾ ਅਕਾਊਂਟ ਕ੍ਰੀਏਟ ਕਰਦੇ ਹਾਂ, ਜਿੱਦਾਂ ਕਿ ਫੂਡ ਆਰਡਰ ਕਰਨ ਲਈ ਐਪਲੀਕੇਸ਼ਨਸ ਹੈ, ਜਿੱਦਾਂ ਆਪਾਂ ਆਨਲਾਈਨ ਕੋਈ ਪ੍ਰੋਡਕਟ ਆਰਡਰ ਕਰਦੇ ਹਾਂ, ਘਰੇ ਸ਼ੂਜ਼ ਮੰਗਵਾਉਣੇ, ਸ਼ਰਟਸ ਮੰਗਵਾਉਣੀ, ਕੁਝ ਵੀ ਬਹੁਤ ਸਾਰੀਆਂ। ਅਸੀਂ ਜਦੋਂ ਉਹਨਾਂ ਵੈਬਸਾਈਟਸ ਤੇ ਆਪਣਾ ਅਕਾਊਂਟ ਬਣਾਉਂਦੇ ਹਾਂ, ਅਕਾਊਂਟ ਬਣਾਉਣ ਦਾ ਮਤਲਬ ਹੈ ਸਾਡਾ ਨੇਮ ਉੱਥੇ ਸਟੋਰ ਹੋ ਗਿਆ, ਈਮੇਲ ਆਈਡੀ ਉੱਥੇ ਸਟੋਰ ਹੋ ਗਈ, ਘਰ ਦਾ ਐਡਰੈਸ ਸਟੋਰ ਹੋ ਗਿਆ, ਪੇਮੈਂਟ ਡਿਟੇਲਸ ਸਾਡੀਆਂ ਲਾਈਕ ਸਟੋਰ ਹੋ ਰਹੀਆਂ, ਜਿਸ 'ਚ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਡਿਟੇਲਸ ਆ ਜਾਂਦੀਆਂ, ਐਂਡ ਮਤਲਬ ਜੋ ਸਾਡੀ ਚੋਇਸ ਹੈ ਸਾਰੀ ਉਸ ਵੈਬਸਾਈਟ ਤੇ ਜਾ ਕੇ ਸਟੋਰ ਹੋ ਗਈ। ਹੁਣ ਸੈਕਿੰਡ ਪ੍ਰੋਬਲਮ ਕੀ ਆਉਂਦੀ ਹੈ, ਬਹੁਤ ਵਾਰੀ ਲਾਈਕ ਲੋਕੀ ਕੰਪਲੇਨ ਕਰਦੇ ਕਿ ਅਸੀਂ ਕੋਈ ਡੇਟਾ ਨਹੀਂ ਦਿੱਤਾ, ਨਾ ਤਾਂ ਅਸੀਂ ਕਿਸੇ ਨੂੰ ਕ੍ਰੈਡਿਟ ਕਾਰਡ ਦਿੱਤਾ ਹੈ, ਨਾ ਹੀ ਡੈਬਿਟ ਕਾਰਡ ਦਿੱਤਾ ਹੈ, ਨਾ ਹੀ OTP ਦਿੱਤਾ ਹੈ, ਕੁਝ ਵੀ ਇਦਾਂ ਦੀ ਡਿਟੇਲ ਨਹੀਂ ਅਸੀਂ ਦਿੱਤੀ। ਮੈਕਸਿਮਮ ਟਾਈਮ ਕੀ ਹੁੰਦਾ ਹੈ ਕਿ ਤੁਸੀਂ ਖੁਦ ਡਿਟੇਲ ਨਹੀਂ ਦਿੱਤੀ, ਪਰ ਤੁਸੀਂ ਜਿੱਤੇ ਪਹਿਲਾਂ ਅਕਾਊਂਟ ਬਣਾਇਆ ਸੀ, ਚਾਹੇ ਉਹ ਕੋਈ XYZ, ਛੋਟੀ ਜਿਹੀ ਐਗਜ਼ਾਮਪਲ ਲੈ ਦਿੰਦੇ ਹਾਂ। ਲਾਸਟ ਮੰਥ ਇੱਕ ਵੈਬਸਾਈਟ ਕੰਪਰੋਮਾਈਜ਼ ਹੋਈ, ਬਹੁਤ ਹੀ ਪਪੂਲਰ ਹੈ ਫੂਡ ਆਰਡਰਿੰਗ ਐਪਲੀਕੇਸ਼ਨ ਡੋਮੀਨੋਜ਼। ਡੋਮੀਨੋਜ਼ ਦੇ ਉੱਤੇ ਜਿੰਨਾ ਵੀ ਲੋਕਾਂ ਦਾ ਅਕਾਊਂਟ ਸੀਗਾ, ਉਹਨਾਂ ਦੇ ਨੇਮ, ਉਹਨਾਂ ਦੇ ਘਰ ਦਾ ਐਡਰੈਸ, ਤੁਸੀਂ ਕੀ ਆਰਡਰ ਕੀਤਾ, ਤੁਹਾਡਾ ਫੋਨ ਨੰਬਰ, ਐਂਡ ਉਹ ਸਾਰੀ ਡਿਟੇਲ ਪਬਲਿਕਲੀ ਡਿਸਕਲੋਜ਼ ਹੋ ਗਈ। ਇਹ ਬਹੁਤਾ ਪੁਰਾਣਾ ਵੀ ਮਸਲਾ ਹੈ ਨਹੀਂਗਾ, ਇੱਕ ਵਾਰੀ ਮੈਂ ਕਹਿੰਦਾ ਉਹ ਵੀ ਦਿਖਾ ਦਿਓ, ਤੇ ਉਹਦੇ ਉੱਤੇ ਕਿਵੇਂ ਹੈਕ ਹੋਈ, ਉਹ ਕਿਹੜੀਆਂ ਚੀਜ਼ਾਂ ਹੈਕ ਹੋਈਆਂ, ਉਹ ਵੀ ਜ਼ਰੂਰ ਐਗਜ਼ਾਮਪਲ ਦੇ ਨਾਲ ਦੱਸ। ਬਹੁਤ ਇੱਕ ਇੰਪੋਰਟੈਂਟ ਹੈ, ਕਿਉਂਕਿ ਡੋਮੀਨੋਜ਼ ਇੱਕ ਹੈ, ਜਦੋਂ ਕੰਪਰੋਮਾਈਜ਼ ਹੋਈ ਇਦਾਂ ਦੀ ਬਹੁਤ ਸਾਰੀਆਂ ਹੋਰ ਵੈਬਸਾਈਟਸ ਹੈ, ਡੋਮੀਨੋਜ਼ ਹੈ ਜਾਂ ਕੋਈ 000 ਵੈਬ ਹੋਸਟ ਹੈ ਜਾਂ ਕੋਈ ਥਰਡ ਪਾਰਟੀ, ਬਹੁਤ ਸਾਰੀ ਵੈਬ, ਜਦੋਂ ਉਹ ਕੰਪਰੋਮਾਈਜ਼ ਹੋ ਜਾਂਦੀਆਂ, ਇਹਦਾ ਮਤਲਬ ਤੁਸੀਂ ਕਸਟਮਰਸ ਨੇ ਕਿਤੇ ਡੇਟਾ ਨਹੀਂ ਦਿੱਤਾ, ਬਟ ਉਹ ਥਰਡ ਪਾਰਟੀ ਵੈਬਸਾਈਟ ਕੰਪਰੋਮਾਈਜ਼ ਹੋ ਗਈ, ਮਤਲਬ ਹੈਕ ਹੋ ਗਈ। ਇਨ ਸ਼ਾਰਟ, ਉਹ ਹੈਕ ਹੋਣ ਦਾ ਮਤਲਬ ਤੁਹਾਡਾ ਡੇਟਾ ਜਿੰਨਾ ਵੀ ਉਸ ਵੈਬਸਾਈਟ ਦੇ ਕੋਲ ਸੀਗਾ, ਉਹ ਸਾਰਾ ਇੰਟਰਨੈਟ ਤੇ ਪਬਲਿਕਲੀ ਆ ਗਿਆ। ਸੋ ਤੁਹਾਡੀਆਂ ਬੈਂਕਿੰਗ ਡਿਟੇਲਸ, ਕ੍ਰੈਡਿਟ ਕਾਰਡ ਡਿਟੇਲਸ, ਉਹ ਉੱਥੋਂ ਦੀਆਂ ਇੰਟਰਨੈਟ ਤੇ ਲੀਕ ਹੋ ਗਈਆਂ। ਸੁਭਾਵਿਕ ਹੈ, ਜੇ ਅਸੀਂ ਮੰਨ ਲਓ ਵੀ ਚਲੋ ਆਪਾਂ ਨਾਮ ਤਾਂ ਕੀ ਲੈਣਾ ਹੈ, ਜੇ ਉੱਥੇ ਫੂਡ ਲੈਨੇ ਆ ਤਾਂ ਜਾਂ ਤਾਂ ਅਸੀਂ ਉੱਥੇ ਉਹ ਗੂਗਲ ਪੇ ਵਗੈਰਾ ਜਾਂ ਪੇਟੀਐਮ ਜਾਂ ਅਸੀਂ ਕਾਰਡ ਹੀ ਦੇ ਦਿੰਦੇ ਕਿ ਆ ਲਓ ਭਾਈ ਤੁਸੀਂ ਲੈ ਲਓ, ਤੇ ਜੇ ਡਾਟਾ ਲੀਕ ਹੋ ਗਿਆ ਫਿਰ ਤਾਂ ਸਾਡੇ ATM ਵੀ ਨਹੀਂ ਸੇਫ। ਸੋ ਦੇਖੋ, ਜਦੋਂ ਡਾਟਾ ਲੀਕ ਹੋ ਜਾਂਦਾ, ਜੋ ਵੀ ਡੇਟਾ ਲਾਈਕ ਇੱਕ ਫੇਸਬੁੱਕ ਦੀ ਐਗਜ਼ਾਮਪਲ ਹੈ, ਸਾਡਾ ਨਾਮ ਉਹਦੇ ਕੋਲ, ਉਹਨਾਂ ਕੋਲ ਹੈ, ਈਮੇਲ ਆਈਡੀ ਉਹਨਾਂ ਕੋਲ ਹੈ, ਡੇਟ ਆਫ ਬਰਥ ਉਹਨਾਂ ਕੋਲ ਹੈ, ਸਾਡੇ ਸਿਬਲਿੰਗਸ ਲਾਈਕ ਰਿਲੇਸ਼ਨਸ ਅਸੀਂ ਉੱਤੇ ਪਾਏ ਹੁੰਦੇ ਆ, ਕੌਣ ਪੇਰੈਂਟਸ ਹੈ, ਕੌਣ ਲਾਈਕ ਇਦਾਂ ਫੈਮਿਲੀ ਡਿਟੇਲਸ ਹੈ, ਜੇ ਉਹਨਾਂ ਦਾ ਡੇਟਾ ਲੀਕ ਹੋਵੇ, ਮਤਲਬ ਸਾਰਾ ਲੋਕਾਂ, ਜਿੰਨੇ ਲੋਕਾਂ ਨੇ ਅਕਾਊਂਟ ਬਣਾਇਆ ਸਾਰਾ ਪਬਲਿਕਲੀ। ਸੋ ਬਹੁਤ ਸਾਰੇ ਲੋਕਾਂ ਨਾਲ ਇਹ ਵੀ ਲਾਈਕ ਦੇਖਣ ਨੂੰ ਮਿਲਿਆ ਕਿ ਉਹਨਾਂ ਦਾ ਡੇਟਾ ਕਿਸੇ ਥਰਡ ਪਾਰਟੀ ਐਪਲੀਕੇਸ਼ਨ ਥਰੂ ਇੰਟਰਨੈਟ ਤੇ ਲੀਕ ਹੋਇਆ, ਐਂਡ ਫਿਰ ਇਹ ਕਹਿੰਦੇ ਕਿ ਚਲੋ ਲੀਕ ਹੋ ਗਿਆ, ID ਕਾਰਡ, ATM ਕਾਰਡ ਲੀਕ ਦਾ ਡੇਟਾ ਲੀਕ ਹੋ ਗਿਆ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਬਟ OTP ਤਾਂ ਆਉਣਾ ਚਾਹੀਦਾ ਹੈ। ਦੇਖੋ, ਇਹਦੇ ਵਿੱਚ ਇੱਕ ਹੋਰ ਇੱਕ ਬੜੀ RBI ਦੀ ਗਾਈਡਲਾਈਨਸ ਹੈ ਕਿ ਅਗਰ ਵਿਦ ਇਨ ਇੰਡੀਆ ਅਸੀਂ ਕੋਈ ਨੈਟ ਬੈਂਕਿੰਗ ਕਰਦੇ ਹਾਂ ਜਾਂ ਵਿਦ ਇਨ ਇੰਡੀਆ ਕੁਝ ਅਸੀਂ ATM ਕਾਰਡ ਜਾਂ ਡੈਬਿਟ ਕਾਰਡ, ਕ੍ਰੈਡਿਟ ਕਾਰਡ ਯੂਜ਼ ਕਰਦੇ ਹਾਂ, ਉਸ ਕੇਸ ਦੇ ਵਿੱਚ ਸਾਡੇ ਕੋਲ OTP ਆਉਂਦਾ ਹੈ, ਰਾਈਟ। ਜੇ ਅਸੀਂ ਕੋਈ ਫੋਰਨ ਦਾ ਡੇਟਾ ਲਾਈਕ ਪੇਮੈਂਟ ਗੇਟਵੇ ਯੂਜ਼ ਕਰਦੇ ਹਾਂ, ਜਿੱਦਾਂ ਬਹੁਤ ਸਾਰੇ, ਕੋਈ ਮੈਂ ਲਾਈਕ ਚਾਈਨਾ ਤੋਂ ਕੁਝ ਬਾਈ ਕਰ ਰਿਹਾ, ਕੁਝ ਅਮਰੀਕਾ ਤੋਂ ਬਾਈ ਕਰ ਰਿਹਾ, ਕੁਝ ਕੈਨੇਡਾ ਤੋਂ ਮੈਂ ਕੁਝ ਪੇਮੈਂਟ ਕਰ ਰਿਹਾ, ਉਸ ਕੇਸ ਵਿੱਚ OTP ਨਹੀਂ ਆਉਂਦਾ। ਸੋ ਇਹਦੇ ਵਿੱਚ ਕੀਤਾ ਕੀ ਜਾਂਦਾ, ਫਰਾਡਸਟਰਸ ਕੀ ਕਰਦੇ, ਜੇ ਤੁਹਾਡਾ ATM ਕਾਰਡ, ਮੈਂ ਫਿਰ ਇੱਕ ਵਾਰੀ ਵਿਊਅਰਸ ਨੂੰ ਕਲੀਅਰ ਕਰਨਾ ਚਾਹੁੰਦਾ, ATM ਕਾਰਡ ਦਾ ਮਤਲਬ ਕੀ ਹੈ, ਜਿਹੜਾ ਤੁਹਾਡੇ ATM ਕਾਰਡ ਉੱਤੇ 16 ਡਿਜਿਟਸ ਦਾ ਕੈਰੈਕਟਰਸ ਲਿਖੇ ਹੁੰਦੇ ਆ, ਇੱਕ ਉਹ ਡਿਟੇਲ 16 ਡਿਜਿਟਸ ਪਲੱਸ ਐਕਸਪਾਇਰੀ ਡੇਟ ਪਲੱਸ ਇੱਕ ATM ਕਾਰਡ ਦੇ ਬੈਕ ਸਾਈਡ, ਜੇ ਤੁਸੀਂ ਹੁਣੇ ਖੋਲ ਕੇ ਦੇਖੋ, ਇੱਕ 3 ਅੱਖਰਾਂ ਦਾ ਇੱਕ ਕੈਰੈਕਟਰ ਦਿੱਤਾ ਹੋਇਆ, ਉਹਨੂੰ CVV ਕਿਹਾ ਜਾਂਦਾ ਹੈ। ਉਹ ਡਿਟੇਲਸ ਕਦੀ ਵੀ ਕਿਸੇ ਨਾਲ ਸ਼ੇਅਰ ਨਹੀਂ ਕਰਨੀਆਂ। ਜੇ ਕਿਸੇ ਨਾਲ ਵੀ ਉਹ ਡਿਟੇਲਸ ਸ਼ੇਅਰ ਹੋ ਗਈਆਂ ਤਾਂ ਮੀਨਸ ਤੁਹਾਡੇ ਅਕਾਊਂਟ ਚੋਂ, ਤੁਹਾਡੇ ATM ਚੋਂ, ਤੁਹਾਡੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਚੋਂ ਉਹ ਪੇਮੈਂਟ ਕਿਤੇ ਵੀ ਥਰਡ ਪਾਰਟੀ ਟ੍ਰਾਂਸਫਰ ਹੋ ਸਕਦੀ ਹੈ। ਪਹਿਲਾਂ ਬਲਵਿੰਦਰ ਜੀ ਇਹ ਕਹਿੰਦੇ ਸੀਗੇ ਵੀ ਇਹ 3 ਚੀਜ਼ਾਂ ਤੁਸੀਂ ਦੱਸ ਦਿਓ ਪਰ OTP ਨਾ ਦੱਸਿਓ। ਹੁਣ ਇਹ ਵੀ ਚੀਜ਼ਾਂ ਸੇਫ ਨਹੀਂ ਹੈਗੀ ਸੀ। ਪਹਿਲਾਂ ਦੇਖੋ ਇੱਕ ਅਵੇਅਰਨੈਸ ਕੀਤੀ ਜਾਂਦੀ ਸੀ ਕਿ ਜੇ ਤੁਸੀਂ ਬਾਈ ਚਾਂਸ ਇਹ ਡਿਟੇਲਸ ਡਿਸਕਲੋਜ਼ ਵੀ ਕਰਦੇ ਹੋ ਨਾ ਤਾਂ OTP ਨਾ ਦੱਸਿਓ ਜੇ ਬਾਤ ਹੈ। ਬਟ ਹੁਣ ਇਹ ਮੈਂ ਵਿਊਅਰਸ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹ ਤਿੰਨਾਂ ਡਿਟੇਲਸ ਵੀ ਚੱਲਣਗੇ, ਉਹਦੇ ਲਈ OTP ਵੀ ਨਹੀਂ ਆਏਗਾ ਐਂਡ ਤੁਹਾਡੀ ਪੇਮੈਂਟ ਫਰਾਡਸਟਰਸ ਕੀ ਕਰਨਗੇ, ਤੁਹਾਡਾ ATM ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਯੂਜ਼ ਕੀਤਾ ਜਾਏਗਾ ਕਿਸੇ ਇੰਟਰਨੈਸ਼ਨਲ ਪੇਮੈਂਟ ਲਈ, ਜਿਹਦੇ ਵਿੱਚ ਤੁਹਾਨੂੰ ਨਾ ਤਾਂ OTP ਆਏਗਾ, ਸਿਰਫ ਇੱਕੋ ਹੀ ਮੈਸੇਜ ਆਏਗਾ ਕਿ ਪੈਸੇ ਡਿਡਕਟ ਹੋ ਗਏ। ਐਂਡ ਉਸ ਟਾਈਮ ਤੇ ਜਾ ਕੇ ਸਾਨੂੰ ਅਵੇਅਰ ਲੱਗਦਾ ਕਿ ਸਾਡੇ ਨਾਲ ਕੁਝ ਧੋਖਾਧੜੀ ਹੋ ਗਈ ਜਾਂ ਕੋਈ ਫਰਾਡ ਹੋ ਗਿਆ ਸਾਡੇ ਨਾਲ। ਤੁਸੀਂ ਐਗਜ਼ਾਮਪਲ ਡੋਮੀਨੋਜ਼ ਦੀ ਦਿੱਤੀ ਜਿਵੇਂ, ਤਾਂ ਆਪਾਂ ਉਹ ਦੇਖ ਸਕਦੇ ਹਾਂ ਕਿ ਜੇ ਮੰਨ ਲਓ ਮੇਰਾ ਨਾਮ ਆਪਾਂ ਭਰ ਕੇ ਦੇਖ ਲੈਂਦੇ ਹਾਂ ਈਮੇਲ ID ਤੋਂ ਵੀ ਉਹ ਕਿਹੜੀਆਂ ਚੀਜ਼ਾਂ ਤੇ ਹੈਕ ਹੋਈ ਹੈ ਜਾਂ ਕਿਵੇਂ ਉਹ ਹੁੰਦੀ ਹੈ, ਕਿ ਕਿਹੜਾ ਡਾਟਾ ਹੈਕ ਹੋਇਆ। ਜੀ ਬਿਲਕੁਲ, ਇਹਦੇ ਵਿੱਚ ਕੋਈ ਵੀ ਕਨਫਰਮ ਕਰਨਾ ਚਾਹੁੰਦਾ ਹੈ, ਇਟਸ ਸਿਰਫ ਡੋਮੀਨੋਜ਼ ਲਈ ਨਹੀਂ, ਅੱਜ ਤੱਕ ਜਿੰਨੀਆਂ ਵੀ ਵੈਬਸਾਈਟਸ ਹੈਕ ਹੋਈਆਂ, ਜਿੰਨਾ ਦਾ ਵੀ ਡੇਟਾ ਪਬਲਿਕਲੀ ਲੀਕ ਹੋਇਆ, ਜੇ ਕੋਈ ਵੀ ਵਿਊਅਰ ਇਹ ਦੇਖਣਾ ਚਾਹੁੰਦਾ ਕਿ ਤੁਸੀਂ ਉਸ ਪਾਰਟ 'ਚ ਹੋ, ਕੀ ਤੁਹਾਡਾ ਨਾਮ ਉਸ ਲੀਕ ਵਿੱਚ ਹੈ ਜਾਂ ਉਸ ਹੈਕ ਦਾ ਤੁਸੀਂ ਪਾਰਟ ਹੋ, ਤੁਹਾਡੀ ਈਮੇਲ ID, ਤੁਹਾਡਾ ਐਡਰੈਸ ਜਾਂ ਕੁਝ ਵੀ ਤੁਸੀਂ ਅਦਰ ਪਾਰਟ ਹੋ, ਤੁਸੀਂ ਬੇਝਿਜਕ ਇੱਕ ਵੈਬਸਾਈਟ ਤੇ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ। ਸੋ ਮੈਂ ਸ਼ੋਅ ਕਰ ਰਿਹਾ ਇੱਕ ਵੈਬਸਾਈਟ ਇੱਥੇ, ਉਹ ਵੈਬਸਾਈਟ ਦਾ ਵੀ ਨਾਮ ਦੱਸ ਦਿਓ, ਨਾਲ ਆਪਾਂ ਦਿਖਾ ਵੀ ਦਿੰਦੇ ਹਾਂ ਵੀ ਕਿਹੜੀ ਵੈਬਸਾਈਟ। ਸੋ ਇੱਥੇ ਇੱਕ ਵੈਬਸਾਈਟ ਹੈ ਜੀ, Have I Been Pwned।
ਇਹ ਇੱਕ ਇਦਾਂ ਦੀ ਵੈਬਸਾਈਟ ਹੈ ਜਿਹਦੇ ਕੋਲ ਇੰਟਰਨੈਟ ਤੇ ਜਿਹਦੇ ਕੋਲ ਜਿੰਨਾ ਵੀ ਡੇਟਾ ਲੀਕ ਹੋਇਆ, ਬਹੁਤ ਸਾਰੀਆਂ ਵੈਬਸਾਈਟਸ ਕੰਪਰੋਮਾਈਜ਼ ਹੋਈਆਂ, ਲਾਈਕ ਇਹਨਾਂ ਕੋਲ ਡੇਟਾ ਹੈ 545 ਵੈਬਸਾਈਟਸ ਦਾ ਡੇਟਾ ਹੈ। ਸੋ ਵੱਡੀਆਂ ਛੋਟੀਆਂ ਸਾਰੀਆਂ, ਜਿਵੇਂ ਡੋਮੀਨੋਜ਼ ਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਇੱਕ ਬੜੀ ਈਜ਼ੀ ਐਗਜ਼ਾਮਪਲ ਹੈ ਡੋਮੀਨੋਜ਼ ਹੈ, ਜਾਂ ਹੋਰ ਮੈਂ ਤੁਹਾਨੂੰ ਇਹ ਲੇਟੈਸਟ ਬ੍ਰੀਚਿਸ ਦਿਖਾਣਾ। ਦੇਖੋ ਕੁਝ ਡੋਮੀਨੋਜ਼ ਦੀਆਂ ਹੈ, ਕੁਝ ਜੇਡੀ ਹੈ, ਇਹ ਕੁਝ ਵੈਬਸਾਈਟਸ ਹੈ ਜਿਨ੍ਹਾਂ ਦਾ ਅਕਾਊਂਟ ਲੀਕ ਹੋਇਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਅਕਾਊਂਟਸ ਹੈ ਕੁਝ। ਸੋ ਮਤਲਬ ਜਿੰਨਾ ਵੀ ਲੋਕਾਂ ਦਾ ਉਹਦੇ ਵਿੱਚ ਅਕਾਊਂਟ ਸੀਗਾ, ਜਿਵੇਂ ਡੋਮੀਨੋਜ਼ ਦੇ ਕੁਝ 22 ਮਿਲੀਅਨ ਲੋਕਾਂ ਦੇ ਡੇਟਾ ਬ੍ਰੀਚਿਸ ਹੋਏ। 22 ਲੱਖ ਲੋਕਾਂ ਦੇ ਨਹੀਂ, 22 ਮਿਲੀਅਨ ਲੋਕਾਂ ਦੇ, 22 ਮਿਲੀਅਨ। ਸੋਚੋ ਕਿੰਨੇ ਲੋਕਾਂ ਦਾ ਡੇਟਾ। ਹੁਣ ਜੇ ਕੋਈ ਇਹ ਚੈੱਕ ਕਰਨਾ ਚਾਹੁੰਦਾ ਕਿ ਤੁਸੀਂ ਇਸ ਹੈਕ ਦਾ ਜਾਂ ਇਸ ਬ੍ਰੀਚਿਸ ਦਾ ਮਤਲਬ ਕੀ ਹੈ ਇੱਥੇ, ਕਿ ਕੋਈ ਵੀ ਡਾਟਾ ਇੰਟਰਨੈਟ ਤੇ ਲੀਕ ਹੋਣਾ, ਕੋਈ ਵੀ ਲਾਈਕ ਡੇਟਾ ਕਿਸੇ ਵੈਬਸਾਈਟ ਦਾ ਇੰਟਰਨੈਟ ਤੇ ਪਬਲਿਕਲੀ ਅਵੇਲੇਬਲ ਹੋਣਾ। ਮੇਰਾ ਨਾਮ ਭਰ ਕੇ ਦੇਖੋ ਉੱਤੇ ਕਿ ਮੇਰੇ। ਸੋ ਚਲੋ ਚੈੱਕ ਕਰਦੇ ਹਾਂ, ਇੱਕ ਜਨਰਲ ਆਪਾਂ ਮੇਲ ਆਈਡੀ ਫਿਲ ਕਰਕੇ ਦੇਖ ਲੈਂਦੇ ਹਾਂ। ਸੋ ਇੱਥੇ mandeep@gmail.com। ਸੋ ਇਹਨੂੰ ਚੈੱਕ ਕਰਦੇ ਹਾਂ ਕਿ ਜਿਹਦੀ ਵੀ ਮੇਲ ਆਈਡੀ ਹੈ ਕਿਆ ਉਹ ਕਦੀ ਕੰਪਰੋਮਾਈਜ਼ ਹੋਈ ਹੈ ਜਾਂ ਉਹਦਾ ਕਦੀ ਡੇਟਾ ਲੀਕ ਹੋਇਆ। ਐਂਡ ਤੁਸੀਂ ਇੱਥੇ ਦੇਖ ਪਾ ਰਹੇ ਹੋ ਜਿਸ ਵੀ ਪਰਸਨ ਦੀ ਇਹ ਮੇਲ ਆਈਡੀ ਹੈ 33 ਟਾਈਮਸ ਉਹਦਾ ਡੇਟਾ ਬ੍ਰੀਚ ਹੋਇਆ। ਮਤਲਬ ਉਹਦਾ ਅਕਾਊਂਟ ਬਹੁਤ ਸਾਰੀ ਵੈਬਸਾਈਟਸ ਤੇ ਹੋਊਗਾ, ਬਟ ਉਹਦੇ ਚੋਂ 33 ਇਦਾਂ ਦੀਆਂ ਵੈਬਸਾਈਟਸ ਹੈ ਜਿਨ੍ਹਾਂ ਦਾ ਡੇਟਾ ਇੰਟਰਨੈਟ ਤੇ ਲੀਕ ਹੋਇਆ। ਬਿਲਕੁਲ, ਇਹਦੇ ਵਿੱਚ 33 ਵੈਬਸਾਈਟਸ ਦਾ ਨਾਮ ਵੀ ਹੋਏਗਾ, ਅਸੀਂ ਇੱਕ ਇੱਕ ਕਰਕੇ ਦਿਖਾਵਾਂਗੇ, ਜਿੱਦਾਂ ਕਿ ਅਡੋਬੇ। ਸੋ 2013 ਵਿੱਚ ਅਡੋਬ, ਜਿਵੇਂ ਆਪਾਂ PDF ਲਈ ਵਿਊ ਅਡੋਬ ਰੀਡਰ ਯੂਜ਼ ਕਰਦੇ ਆ ਜਾਂ ਕੁਝ ਵੀ ਇਦਾਂ ਹੈ, ਸੋ ਉਹਨਾਂ ਦਾ 2013 ਵਿੱਚ ਕੰਪਰੋਮਾਈਜ਼ ਹੋਇਆ ਸੀ ਐਂਡ 153 ਮਿਲੀਅਨ ਲੋਕਾਂ ਦਾ, ਐਂਡ ਉਸ ਵੈਬਸਾਈਟ ਤੇ ਇਸ mandeep@gmail ਦਾ ਅਕਾਊਂਟ ਸੀਗਾ। ਐਂਡ ਕੀ ਡੇਟਾ ਲੀਕ ਹੋਇਆ, ਉਹਦੀ ਈਮੇਲ ਆਈਡੀ, ਉਹਦੇ ਪਾਸਵਰਡਸ ਦੇ ਹਿੰਟ, ਉਹਦਾ ਐਕਚੁਅਲ ਪਾਸਵਰਡ ਐਂਡ ਯੂਜ਼ਰ ਨੇਮ। ਜਿੱਦਾਂ ਕਿ ਬਿਗ ਬਾਸਕਟ ਇੱਕ ਕੰਪਰੋਮਾਈਜ਼ ਹੋਈ ਸੀਗੀ ਅਕਤੂਬਰ 2020 ਵਿੱਚ। ਠੀਕ ਹੈ, ਨਾਮ ਡੋਮੀਨੋਜ਼ ਦੇ ਵਿੱਚ ਹੈਗਾ ਇਹ ਆਪਾਂ ਹੁਣੇ ਸਕਰੋਲ ਡਾਊਨ ਕਰਕੇ ਚੈੱਕ ਕਰ ਲੈਂਦੇ ਆ ਰਿਹਾ। ਸੋ ਤੁਸੀਂ ਦੇਖ ਸਕਦੇ ਆ ਕਿ ਇੱਥੇ ਅਪ੍ਰੈਲ 2021 ਵਿੱਚ ਡੋਮੀਨੋਜ਼ ਕੰਪਰੋਮਾਈਜ਼ ਹੋਈ ਸੀ ਐਂਡ ਇਹ ਮਨਦੀਪ ਦਾ ਜਿਹੜਾ ਲਾਈਕ ਈਮੇਲ ਆਈਡੀ ਹੈ ਇਸ ਡੇਟਾਬੇਸ 'ਚ ਐਗਜ਼ਿਸਟ ਕਰਦੀ ਹੈ। ਇਹਦਾ ਈਮੇਲ ਆਈਡੀ ਹੈ, ਨੇਮ ਹੈ, ਫੋਨ ਨੰਬਰ ਹੈ, ਉਹਦਾ ਘਰ ਦਾ ਐਡਰੈਸ ਹੈ ਐਂਡ ਕੀ ਉਹਨੇ ਬਾਏ ਜਾਂ ਕੀ ਆਰਡਰ ਕੀਤਾ ਹੋਏਗਾ। ਇਹਦੇ ਵਿੱਚ ਤਾਂ ਸਭ ਕੁਝ ਹੀ ਆ ਗਿਆ, ਵੀ ਪਤਾ ਲੱਗ ਗਿਆ ਵੀ ਪਤੰਦਰ ਨੇ ਖਾਦਾ ਕੀ ਹੈ। ਜੀ ਬਿਲਕੁਲ, ਇਹਦੇ ਵਿੱਚ ਹੋਰ ਵੀ ਜੋ ਵੀ ਡੇਟਾ ਉਹਦਾ ਸੀਗਾ, ਕਿਉਂਕਿ ਡੋਮੀਨੋਜ਼ ਦਾ ਪੂਰਾ ਡੇਟਾਬੇਸ ਹੀ ਲੀਕ ਹੋ ਗਿਆ। ਸੋ ਇਹਦੇ ਵਿੱਚ ਕੁਝ ਹੋਰ ਵੈਬਸਾਈਟਸ ਹੈ, ਮੈਂ ਦਿਖਾ ਰਿਹਾ, ਕੁਝ ਡਬ ਸਮੈਸ਼ ਹੈ, ਲਾਈਕ ਐਵੋਨੀ ਹੈ, ਲਾਈਕ ਬਹੁਤ ਸਾਰੀਆਂ ਇਦਾਂ ਦੀ ਵੈਬਸਾਈਟਸ, IX ਹੋਇਆ, ਲਿੰਕਡਇਨ ਤੱਕ ਦਾ ਡੇਟਾ ਕੰਪਰੋਮਾਈਜ਼ ਹੋਇਆ ਸੀ 2016 ਵਿੱਚ। ਲਿੰਕਡਇਨ ਇੱਕ ਬਹੁਤ ਹੀ ਪਪੂਲਰ ਇੱਕ ਸੋਸ਼ਲ ਮੀਡੀਆ ਜਿੱਥੇ ਲਾਈਕ ਬਹੁਤ ਸਾਰੇ ਲਾਈਕ ਲੋਕ ਕਨੈਕਟ ਕਰਦੇ ਆ, ਕਮਿਊਨੀਕੇਟ ਕਰਦੇ ਆ, ਚਾਹੇ ਜੌਬਸ ਲਈ ਹੈ, ਚਾਹੇ ਉਹ ਕੁਝ ਲੇਟੈਸਟ ਨਿਊਜ਼ ਲਈ ਹੈ, ਬੜੇ ਪ੍ਰੋਫੈਸ਼ਨਲ ਇਹਦੇ ਤੇ ਲੋਕੀ ਕਨੈਕਟ ਕਰਦੇ ਆ। ਸੋ 2016 ਚ ਉਹਦਾ ਵੀ ਡੇਟਾ। ਸੋ ਵਿਊਅਰਸ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਜਾਣਨਾ ਕਿ ਤੁਸੀਂ ਇਸ ਲੀਕ ਦਾ ਪਾਰਟ ਹੋ ਜਾਂ ਨਹੀਂ ਹੋ। ਚੈੱਕ ਕਰ ਲਓ ਜਾ ਕੇ, ਫਿਰ ਇਹ ਵੀ ਪਤਾ ਲੱਗ ਜਾਊਗਾ ਕਿ ਖਾਦਾ ਕੀ ਹੈ। ਇਹ ਬਹੁਤ ਹੀ ਇੱਕ ਸੀਰੀਅਸ ਮੈਟਰ ਹੈ ਇਹਦੇ ਵਿੱਚ ਆਪਾਂ ਨੂੰ, ਕਿਉਂਕਿ ਗਲਤੀ ਨਾਲ ਵੀ ਜੇ ਤੁਸੀਂ ਇਹਦਾ ਪਾਰਟ ਹੋ ਤਾਂ ਮਤਲਬ ਤੁਹਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਤੁਸੀਂ ਤੁਹਾਡੇ ਅਕਾਊਂਟਸ ਕੰਪਰੋਮਾਈਜ਼ ਹੋ ਚੁੱਕੇ ਆ, ਤੁਹਾਡੇ ਪਾਸਵਰਡ। ਕਿਉਂਕਿ ਪ੍ਰੋਬਲਮ ਕੀ ਹੈ ਇਹਦੇ ਵਿੱਚ, ਜੇ ਮੇਰਾ ਇੱਕ ਅਕਾਊਂਟ ਦਾ ਕੰਪਰੋਮਾਈਜ਼ ਹੋ ਰਿਹਾ, ਮੰਨ ਲਓ ਕਿ ਮੇਰੇ ਲਾਈਕ 10 ਡਿਫਰੈਂਟ ਵੈਬਸਾਈਟਸ ਦੇ ਅਕਾਊਂਟ ਹੈ, ਉਹਦੇ ਵਿੱਚੋਂ ਇੱਕ ਲਿੰਕਡਇਨ ਤੇ ਮੇਰਾ ਪਾਸਵਰਡ ਅਗਰ ਐਕਸਪੋਜ਼ ਹੋ ਗਿਆ, ਮਤਲਬ ਲਿੰਕਡਇਨ ਥਰੂ, ਜੇ ਮੇਰਾ ਉਹਦੇ ਤੇ ਪਾਸਵਰਡ ਹੈ, ਮੰਨ ਲਓ ਪਲਵਿੰਦਰ ਪਾਸਵਰਡ ਹੈ, ਮੋਸਟਲੀ ਵਿਊਅਰਸ ਨੇ ਕੀ ਕੀਤਾ ਹੁੰਦਾ ਆਪਣਾ ਸੇਮ ਯਾਦ ਰੱਖਣ ਲਈ ਸੇਮ ਪਾਸਵਰਡ ਹੋਰ ਵੈਬਸਾਈਟ ਸੇ ਕੀਤਾ ਹੁੰਦਾ। ਮੰਨ ਲਓ ਫੇਸਬੁੱਕ ਦਾ ਵੀ ਹੋਈ ਹੈ, ਬੈਂਕਿੰਗ ਦਾ ਵੀ ਹੋਈ ਹੈ, ਕਿਸੇ ਡਿਜੀਟਲ ਮਾਰਕੀਟਿੰਗ ਕੁਝ ਵੀ XY ਚੀਜ਼ਾਂ ਦਾ ਪਾਸਵਰਡ ਸੇਮ ਹੈ। ਹੁਣ ਇਹਦੇ ਵਿੱਚ ਕਈ ਜਗ੍ਹਾ ਦੇ ਉੱਪਰ ਪਾਸਵਰਡ ਲੀਕ ਹੋਏ। ਹੁਣ ਪਾਸਵਰਡ ਉਹ ATM ਦੇ ਵੀ ਹੋ ਸਕਦੇ ਆ, ਉਹ ਪਾਸਵਰਡ ਫੋਨ ਦੇ ਵੀ ਕਿਸੇ ਦੇ, ਕਿਉਂਕਿ ਨੰਬਰ ਤੱਕ ਹੋਏ ਨੇ ਲੀਕ। ਜੀ, ਇਹ ਕਿਸੇ ਵੀ ਚੀਜ਼ ਦਾ ਪਾਸਵਰਡ ਹੋ ਸਕਦਾ ਹੈ। ਜੇ ਸੋ ਇਸ ਲਈ ਅਸੀਂ ਬਾਰ-ਬਾਰ ਇਹ ਅਪੀਲ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਕਿ ਆਪਣਾ ਪਾਸਵਰਡ ਜੋ ਤੁਸੀਂ ਕਿਸੇ ਵੀ ਵੈਬਸਾਈਟ ਦਾ ਰੱਖਦੇ ਹੋ ਜਾਂ ਕਿਸੇ ਵੀ ਪ੍ਰੋਡਕਟ ਦਾ ਰੱਖਦੇ ਹੋ, ਕਦੀ ਵੀ ਸੇਮ ਪਾਸਵਰਡ ਦੋ ਡਿਫਰੈਂਟ ਪ੍ਰੋਡਕਟਸ ਦਾ ਨਹੀਂ ਰੱਖਣਾ ਚਾਹੀਦਾ। ਐਂਡ ਸਪੈਸ਼ਲੀ ਬਹੁਤ ਜਾਣੇ ਇਦਾਂ ਦੇ ਵਿਊਅਰਸ ਦੇਖ ਰਹੇ ਹੋਣਗੇ ਜਿਨ੍ਹਾਂ ਦਾ ਪਾਸਵਰਡ ਉਹਨਾਂ ਦਾ ਫੋਨ ਨੰਬਰ ਹੈ, ਜ਼ਿਆਦਾਤਰ ਇਹ ਵਾਲੇ ਹੋਣਗੇ। ਰਿਕੁਐਸਟ ਹੈ ਲਾਈਕ एवरीवन, ਅਗਰ ਤੁਸੀਂ ਆਪਣਾ ਪਾਸਵਰਡ ਫੋਨ ਨੰਬਰ ਰੱਖਿਆ ਤਾਂ ਪਲੀਜ਼ ਅੱਜ ਹੀ ਚੇਂਜ ਕਰੋ, ਬਿਕੋਜ਼ ਅਸੀਂ ਵੇਟ ਨਾ ਕਰੀਏ ਕਿ ਕੋਈ ਸਾਡਾ ਅਕਾਊਂਟ ਕੰਪਰੋਮਾਈਜ਼ ਕਰੇ ਜਾਂ ਕੋਈ ਅਕਾਊਂਟ ਸਾਡਾ ਅਟੈਕ ਕਰੇ ਜਾਂ ਕਦੇ ਵੀ ਕਿਸੇ ਕੋਲ ਇਦਾਂ ਦੀ ਐਕਟੀਵਿਟੀ ਹੋਵੇ, ਰੱਬ ਨਾ ਕਰੇ, ਬਟ ਪਹਿਲਾਂ ਹੀ ਸਾਨੂੰ ਇਹ ਪ੍ਰੀਕਾਸ਼ਨਰੀ ਲਾਈਕ ਸਟੈਪਸ ਲੈਣੇ ਚਾਹੀਦੇ ਆ। ਇੱਕ ਗੱਲ ਇਹ ਹੈ ਵੀ ਜੇ ਤਾਂ ਕਿਸੇ ਮੰਤਰੀ ਜਾਂ ਕਿਸੇ ਵੱਡੇ ਬੰਦੇ ਦੇ ਪੈਸੇ ਚੋਰੀ ਹੋ ਜਾਣ ਤਾਂ ਉਹ ਤਾਂ ਮਿੰਟੋ ਮਿੰਟ ਫੜ ਲਿਆਉਂਦੇ ਆ। ਐਗਜ਼ਾਮਪਲ CM ਦੀ ਵਾਈਫ ਦੀ ਸੀਗੀ ਵੀ 23-24 ਲੱਖ ਰੁਪਈਆ ਲੈ ਜਾਂਦਾ ਉਹਨਾਂ ਨੇ। ਤਾਂ ਜੇ ਆਮ ਬੰਦੇ ਦੇ ਕਿਸੇ ਮੇਰੇ ਵਰਗੇ ਦੇ ਕਿਤੇ 10-20 ਹਜ਼ਾਰ ਨਿਕਲ ਜਾਣ ਤੇ ਉਹ ਕੰਪਲੇਂਟ ਜਾਂ ਇਹਦਾ ਕੋਈ ਮੁੜਨ ਦੀ ਸੰਭਾਵਨਾ ਹੈਗੀ ਹੈ? ਕੋਈ ਹੱਲ ਹੈਗਾ ਇਹਨਾਂ ਦਾ? ਦੇਖੋ, ਇਹ ਆਪਾਂ ਇੱਕ IT ਯੁੱਗ ਵਿੱਚ ਵੱਧ ਰਹੇ ਹਾਂ ਅੱਗੇ,
ਠੀਕ ਹੈ, ਇਹ ਤੋਂ ਰੁਕਣ ਵਾਲਾ ਤਾਂ ਕੋਈ ਹੱਲ ਨਹੀਂ ਕਿ ਜੇ ਮੈਂ ਇਹ ਤੁਹਾਨੂੰ ਕਹਾਂ ਕਿ ਅਸੀਂ ਡਿਜੀਟਲ ਬੈਂਕਿੰਗ ਨਹੀਂ ਜਾਣਾ ਚਾਹੀਦਾ, ਇਹ ਬਿਲਕੁਲ ਹੀ ਗਲਤ ਹੈ। ਓਬਵੀਅਸਲੀ ਸਾਨੂੰ ਟਾਈਮ ਦੇ ਨਾਲ ਐਡਵਾਂਸ ਹੋਣਾ ਹੀ ਪੈਣਾ ਹੈ। ਸੋ ਪਲੱਸ ਸਾਡੀਆਂ ਜਿੰਨੀਆਂ ਵੀ ਲਾਅ ਇਨਫੋਰਸਮੈਂਟ ਏਜੰਸੀਜ਼ ਹੈ ਜਾਂ ਸਿਕਿਉਰਿਟੀ ਏਜੰਸੀਜ਼ ਹੈ ਜਾਂ ਕੋਈ ਡਿਪਾਰਟਮੈਂਟਸ ਹੈ, ਇਹਨਾਂ ਨੂੰ ਵੀ ਨਾਲ ਅਪਡੇਟ ਹੋਣਾ ਹੀ ਪਏਗਾ, ਕਿਉਂਕਿ ਅੱਜ ਦੇ ਯੁੱਗ ਵਿੱਚ ਅਸੀਂ ਸਿੱਖ ਰਹੇ ਹਾਂ ਕਿ ਮੋਬਾਈਲ ਦੀ ਸਿਕਿਉਰਿਟੀ ਕਿੱਦਾਂ ਕਰਨੀ ਹੈ, ਸਿਸਟਮ ਨੂੰ ਕਿੱਦਾਂ ਸਿਕਿਉਰ ਕਰਨਾ ਹੈ, ਮੇਲਸ ਸਾਡੀਆਂ ਕੰਪਰੋਮਾਈਜ਼ ਨਾ ਹੋਣ, ਸੋਸ਼ਲ ਮੀਡੀਆ ਕੰਪਰੋਮਾਈਜ਼ ਨਾ ਹੋਏ। ਪਰ ਜਿਹੜਾ ਆਉਣ ਵਾਲਾ ਟਾਈਮ ਹੈ ਨਾ, ਇਹ ਥੋੜਾ ਸ਼ਿਫਟ ਹੋ ਰਿਹਾ। ਇੱਕ ਹੋਰ ਟੈਕਨੀਕਲ ਟਰਮ ਯੂਜ਼ ਕਰ ਰਿਹਾ, ਇੰਟਰਨੈਟ ਆਫ ਥਿੰਗਸ। ਇਹਦੇ ਵਿੱਚ ਕੀ ਸਾਡੇ ਘਰ ਦੇ ਜਿਹੜੇ ਮਾਮੂਲੀ ਉਪਕਰਨ ਹੈ, ਲਾਈਕ ਫੈਨ ਹੈ, ਲਾਈਟਸ ਹੈ, ਫ੍ਰਿਜ ਹੈ, ਲਾਈਕ ਕੈਮਰਾਜ਼ ਹੈ, ਇਹ ਸਾਰੇ ਇੰਟਰਨੈਟ ਦੇ ਨਾਲ ਕਨੈਕਟਡ ਹੋ ਰਹੇ ਆ। ਸੋ ਵੈਰੀ ਸੂਨ ਲਾਈਕ ਲਾਅ ਇਨਫੋਰਸਮੈਂਟ ਜਾਂ ਪੁਲਿਸ ਨੂੰ ਇਹ ਕੰਪਲੇਂਟਸ ਮਿਲਣੀਆਂ ਸਟਾਰਟ ਹੋ ਜਾਣਗੀਆਂ ਕਿ ਸਾਡੇ ਘਰ ਦਾ ਫ੍ਰਿਜ ਹੈਕ ਹੋ ਗਿਆ, ਕਿਉਂਕਿ ਇੰਟਰਨੈਟ ਦੇ ਨਾਲ ਕਨੈਕਟਡ ਹੋ ਰਿਹਾ। ਸੋ ਜੇ ਆਪਾਂ ਇਹਦੇ ਲਈ ਅਪਡੇਟ ਤਾਂ ਸਾਨੂੰ ਹੋਣਾ ਹੀ ਪਏਗਾ, ਰਾਈਟ। ਹੋ ਸਕਦਾ ਹੈ ਕਿ ਇਟ ਕੈਨ ਬੀ ਮੋਰ ਡੇਂਜਰਸ ਕਿ ਅਗਰ ਸਰਦੀਆਂ ਵਿੱਚ ਕੋਈ ਛੋਟਾ ਬੇਬੀ ਸੋ ਰਿਹਾ ਹੈ ਐਂਡ ਉਹਨਾਂ ਦਾ ਘਰ ਦਾ ਏਸੀ ਔਨ ਕਰ ਦਿੱਤਾ ਜਾਵੇ ਰਾਤ ਨੂੰ, ਰਾਈਟ, ਐਂਡ ਪੇਰੈਂਟਸ ਕਿ ਦੂਸਰੇ ਰੂਮ 'ਚ ਜਾਂ ਕੁਝ ਹੈਕ ਆ, ਉਹ ਤਾਂ ਬਾਕੀ ਆਉਣ ਵਾਲੇ ਸਮੇਂ 'ਚ ਪ੍ਰੋਬਲਮਸ ਆਉਣਗੀਆਂ। ਸੁਣਨ 'ਚ ਜ਼ਰੂਰ ਹਾਸਾ ਹੁੰਦਾ ਕਿ ਤੁਹਾਡਾ ਫੈਨ ਹੈਕ ਹੋ ਗਿਆ, ਤੁਹਾਡੀ ਲਾਈਟ ਹੈਕ ਹੋ ਗਈ, ਤੇ ਕਾਫੀ ਜਗ੍ਹਾ ਆਲਰੇਡੀ ਦੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਸੋ ਇਹਦੇ ਲਈ ਐਂਡ ਪੁਆਇੰਟ ਸਿਕਿਉਰਿਟੀ ਡਿਵਾਈਸਿਸ ਹੈ, ਕੁਝ ਸਿਕਿਉਰਿਟੀ ਸੋਲਿਊਸ਼ਨਸ ਕੁਝ ਕੰਪਨੀਆਂ ਈਵਨ ਅਸੀਂ ਪ੍ਰੋਵਾਈਡ ਕਰ ਹੀ ਰਹੇ ਹਾਂ ਆਲਰੇਡੀ। ਸੋ ਇਹਨਾਂ ਨੂੰ ਸਿਕਿਉਰ ਕਰਨਾ ਬਹੁਤ ਜ਼ਰੂਰੀ ਹੈ, ਐਂਡ ਐਡਵਾਂਸ ਹੋਣਾ ਜਾਂ ਟੈਕਨੀਕਲੀ ਅਪਡੇਟ ਹੋਣਾ ਇਹਦੇ ਲਈ ਬਹੁਤ ਬਹੁਤ ਕੰਪਲਸਰੀ ਹੈ। ਤੇ ਕੋਈ ਇਹਦੇ ਤੱਕ ਕੋਈ ਹੈ ਕਿ ਜਿਹਨੂੰ ਕੰਪਲੀਟ ਕਰਕੇ, ਕਿਉਂਕਿ ਆਰਬੀਆਈ ਦੇ ਵੱਲੋਂ ਸਮਾਂ ਰਹਿੰਦਿਆਂ ਜਿਹੜੀਆਂ ਨੇ ਉਹ ਅਪਡੇਟਸ ਦਿੱਤੀਆਂ ਜਾਂਦੀਆਂ ਨੇ। ਬਹੁਤ ਹੀ ਇੱਕ ਨਵੀਂ ਲੇਟੈਸਟ ਅਪਡੇਟ ਹੈ ਕਿ ਜੇ ਤੁਹਾਡੇ ਨਾਲ ਕਦੀ ਵੀ ਇਦਾਂ ਦਾ ਐਕਟੀਵਿਟੀ ਹੋ ਰਹੀ ਹੈ, ਤੁਹਾਡੇ ਪੈਸੇ ਟ੍ਰਾਂਸਫਰ ਹੋ ਰਹੇ ਹੈ ਜਾਂ ਤੁਹਾਨੂੰ ਲੱਗ ਰਿਹਾ ਤੁਹਾਡਾ ਅਕਾਊਂਟ ਕੋਈ ਹੋਰ ਪਰਸਨ ਚਲਾ ਰਿਹਾ ਜਾਂ ਤੁਹਾਡੇ ਨਾਲ ਕੋਈ ਵੀ ਮਿਸਲੀਡਿੰਗ ਐਕਟੀਵਿਟੀ ਹੋ ਰਹੀ ਹੈ, ਤੁਸੀਂ ਇਮੀਡੀਏਟਲੀ ਰਿਪੋਰਟ ਕਰੋ। ਅਗਰ ਉਹ ਬੈਂਕਿੰਗ ਹੈ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬੈਂਕ ਨੂੰ ਰਿਪੋਰਟ ਕਰੋ। ਐਂਡ ਬੈਂਕ ਰਿਪੋਰਟ ਕਰਨ ਲਈ ਅਗੇਨ ਰਿਕੁਐਸਟ ਕरें, ਕਸਟਮਰ ਕੇਅਰ ਦਾ ਨੰਬਰ ਗੂਗਲ ਤੇ ਜਾ ਕੇ ਨਾ ਲੱਭਿਓ, ਉਹਦੇ ਲਈ ਆਪਣੀ ਬੈਂਕ ਦੀ ਪਾਸਬੁੱਕ ਹੈ ਉਹਦੇ ਤੇ ਜਾ ਕੇ ਦੇਖਿਓ ਕਿ ਕਸਟਮਰ ਕੇਅਰ ਦਾ ਕੀ ਨੰਬਰ ਹੈ, ਕਿਉਂਕਿ ਹੋ ਸਕਦਾ ਕਿ ਤੁਸੀਂ ਗਲਤ ਨੰਬਰ ਤੇ ਰੀਚ ਕਰ ਜਾਓ। ਸੋ ਬੈਟਰ ਹੈ ਬੈਂਕ ਦੀ ਪਾਸਬੁੱਕ ਉੱਤੇ ਇੱਕ ਤੁਹਾਡਾ ਕਸਟਮਰ ਕੇਅਰ ਦਾ ਨੰਬਰ ਹੈ, ਉਹਦੇ ਤੇ ਕੰਪਲੇਂਟ ਕਰਵਾਓ। ਐਂਡ ਵੈਰੀ ਨੈਕਸਟ ਸਟੈਪ, ਇੱਕ ਲਾਈਕ ਇੰਡੀਅਨ ਗਵਰਨਮੈਂਟ ਨੇ, ਲਾਈਕ ਮਿਨਿਸਟਰੀ ਆਫ ਹੋਮ ਅਫੇਅਰ ਨੇ ਇੱਕ ਵੈਬਸਾਈਟ ਲਾਂਚ ਕੀਤੀ ਹੈ ਸਾਈਬਰ ਕ੍ਰਾਈਮ ਦੇ ਰਿਲੇਟਡ। ਜੇ ਤੁਹਾਡੇ ਨਾਲ ਕਦੀ ਵੀ ਇਦਾਂ ਦਾ ਕੋਈ ਸਾਈਬਰ ਕ੍ਰਾਈਮ ਹੋਇਆ, ਤੁਸੀਂ ਇਸ ਪੋਰਟਲ ਤੇ ਜਾ ਕੇ ਰਿਪੋਰਟ ਕਰ ਸਕਦੇ ਹੋ। ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹਨ। ਸੋ ਇਹ ਸਰਕਾਰੀ ਹੈ। ਸੋ ਤੁਸੀਂ ਪਲੀਜ਼ ਇੱਥੇ ਫੋਕਸ ਕਰਿਓ, ਕਿਉਂਕਿ ਗੂਗਲ ਤੇ ਜਾ ਕੇ ਅਗਰ ਅਸੀਂ ਇਹ ਚੀਜ਼ ਲੱਭਾਂਗੇ, ਹੋ ਸਕਦਾ ਬਹੁਤ ਸਾਰੀਆਂ ਹੋਰ ਵੀ ਲੱਭ ਜਾਣ, ਤਾਂ ਬੈਟਰ ਹੈ ਇਸ ਚੀਜ਼ ਨੂੰ ਫੋਕਸ ਕਰਕੇ ਵਿਊਅਰਸ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਕਿ ਇਹ ਆਫੀਸ਼ੀਅਲ ਵੈਬਸਾਈਟ ਹੈ ਜਿਹਦੇ ਵਿੱਚ mha.gov.in ਆ ਰਿਹਾ। ਸੋ ਇਹ ਦਿਖਾਣਾ ਬਹੁਤ ਇੰਪੋਰਟੈਂਟ ਹੈ ਕਿ ਇਸੀ ਵੈਬਸਾਈਟ ਤੇ ਜਾ ਕੇ ਵਿਜ਼ਿਟ ਕਰਕੇ ਤੁਸੀਂ ਆਪਣੀ ਕੰਪਲੇਂਟ ਰਜਿਸਟਰ ਕਰਵਾ ਸਕਦੇ ਹੋ। ਇਹਦੇ ਤੇ ਆਸ ਹੈਗੀ ਹੈ ਕਿ ਮੁੜੇ ਆਉਣਗੇ ਕਿ ਜਾਂ ਇਹ ਵੀ ਬਸ? ਦੇਖੋ, ਇਹਦੇ ਵਿੱਚ ਕੀ ਹੁੰਦਾ, ਤੁਸੀਂ ਇੱਕ ਜਦੋਂ ਟਾਈਮ ਰਹਿੰਦੇ ਜਾਂ ਥੋੜੇ ਵਿਦਿਨ ਫਿਊ ਸੈਕਿੰਡਸ ਜਾਂ ਕੁਝ ਦੇਰ ਦੇ ਵਿੱਚ ਰਿਪੋਰਟਿੰਗ ਕਰਦੇ ਨੇ, ਉਹਦੇ ਵਿੱਚ ਕੀ ਹੁੰਦਾ, ਜਿਹੜੇ ਲਾਅ ਇਨਫੋਰਸਮੈਂਟ ਏਜੰਸੀਜ਼ ਹੈ ਉਹਨਾਂ ਨੂੰ ਐਕਟ ਕਰਨ ਲਈ ਥੋੜਾ ਜ਼ਿਆਦਾ ਟਾਈਮ ਮਿਲ ਜਾਂਦਾ ਹੈ। ਜਿੰਨਾ ਅਸੀਂ ਲੇਟ ਰਿਪੋਰਟ ਕਰਾਂਗੇ ਨਾ, ਉਹਦੇ ਵਿੱਚ ਕੀ ਸਾਡੇ ਪੈਸੇ ਕਿਸੇ ਫਰਾਡਸਟਰ ਨੇ ਲੈ ਲਏ, ਫਰਾਡਸਟਰ ਨੇ ਕਿਸੇ ਹੋਰ ਨੂੰ ਅੱਗੇ ਫਾਰਵਰਡ ਕਰਤੇ, ਉਹਨੇ ATM ਚੋਂ ਕਢਵਾ ਲਏ। ਜਿੰਨਾ ਜ਼ਿਆਦਾ ਟਾਈਮ ਹੈ ਤਾਂ ਉਨੇ ਘੱਟ ਚਾਂਸਸ ਹੋ ਜਾਂਦੇ। ਸੋ ਜਿੰਨਾ ਜਲਦੀ ਤੁਸੀਂ ਕਿਸੇ ਲਾਅ ਇਨਫੋਰਸਮੈਂਟ ਨੂੰ ਜਾਂ ਪੁਲਿਸ ਨੂੰ ਜਾਂ ਕ੍ਰਾਈਮ ਪੋਰਟਲ ਤੇ ਜਾਂ ਬੈਂਕ ਨੂੰ ਰਿਪੋਰਟ ਕਰਦੇ ਹੋ, ਉਹਨੇ ਜ਼ਿਆਦਾ ਚਾਂਸਸ ਹੈ ਕਿ ਤੁਹਾਡੇ ਪੈਸੇ ਵਾਪਸ ਆਣਗੇ। ਧੰਨਵਾਦ ਪਲਵਿੰਦਰ ਦੀ ਸਾਰੀ ਜਾਣਕਾਰੀ ਦੇਣ ਦੇ ਲਈ। ਤੋਂ ਖਬਰ ਦਿਖਾਉਣ ਦਾ ਮਕਸਦ ਇਹੀ ਹੈ ਕਿ ਜਿਹੜੀਆਂ ਤੁਹਾਡੇ ਨਾਲ ਠੱਗੀਆਂ ਵੱਜਦੀਆਂ ਨੇ, ਉਹ ਅੰਦਰ ਕੁੰਡੀਆਂ ਕਿਹੜੀਆਂ ਹੈਗੀਆਂ ਨੇ, ਕਿੱਦਾਂ ਠੱਗੀਆਂ ਵੱਜਦੀਆਂ ਨੇ। ਅੱਜ ਕੱਲ ਬਹੁਤ ਖਬਰ ਆ ਰਹੀ ਹੈ ਸੀ ਕਿ OTP ਤੋਂ ਬਿਨਾਂ ਪੈਸੇ ਨਿਕਲ ਗਏ, ਜਾਂ ਅਸੀਂ ਕਿਸੇ ਲਿੰਕ ਤੇ ਉਹ ਕਲਿੱਕ ਨਹੀਂ ਕੀਤਾ, ਉਹ ਕਿਵੇਂ ਪੈਸੇ ਨਿਕਲ ਗਏ। ਇਹ ਜਿਹੜੀਆਂ ਤੁਹਾਨੂੰ ਪ੍ਰੈਕਟੀਕਲ ਅੱਜ ਕਰਕੇ ਦਿਖਾਏ ਆ, ਉਹ ਪੈਸੇ ਇਸ ਤਰੀਕੇ ਨਾਲ ਨਿਕਲਦੇ ਆ। ਤੇ ਜੇ ਤੁਸੀਂ ਸਮਾਂ ਰਹਿੰਦਿਆਂ ਇਹਨਾਂ ਚੀਜ਼ਾਂ ਤੋਂ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਡੀ ਠੱਗੀ ਦਾ ਵੀ ਸ਼ਿਕਾਰ ਹੋ ਸਕਦੇ ਹੋ। ਤਾਂ ਉਮੀਦ ਹੈ ਕਿ ਇਸ ਖਬਰ ਤੋਂ, ਪਲਵਿੰਦਰ ਜੀ ਦੇ ਇਸ ਨੁਕਤਿਆਂ ਤੋਂ ਤੁਸੀਂ ਜ਼ਰੂਰ ਜਾਗਰੂਕ ਹੋਵੋਗੇ ਅਤੇ ਆਪਣੇ ਨਾਲ ਹੋਣ ਵਾਲੀ ਠੱਗੀ ਤੋਂ ਬਚਾਅ ਕਰ ਸਕੋਗੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ। ਪਹਿਲਾਂ ਕਹਿੰਦੇ ਸੀ ਕਿ OTP ਤੋਂ ਬਿਨਾਂ ਠੱਗੀ ਨਹੀਂ ਵੱਜ ਸਕਦੀ, ਅੱਜ ਕੱਲ ਮੈਨੂੰ ਲੱਗਦਾ ਕਿ OTP ਤੋਂ ਬਿਨਾਂ ਸਭ ਤੋਂ ਵੱਧ ਠੱਗੀਆਂ ਵੱਜ ਰਹੀਆਂ ਨੇ। ਸੋ ਸਭ ਤੋਂ ਪਹਿਲੀ ਮਿਸਟੇਕ ਕਸਟਮਰਸ ਕੀ ਕਰਦੇ ਆ ਕਿ ਸਾਡੇ ਨਾਲ ਇਮੀਡੀਏਟਲੀ ਜਦੋਂ ਕੋਈ ਇਦਾਂ ਦੀ ਐਕਟੀਵਿਟੀ ਹੁੰਦੀ ਹੈ ਜਾਂ ਮਿਸਲੀਡਿੰਗ ਹੈ ਜਾਂ ਕੋਈ ਵੀ ਐਕਟੀਵਿਟੀ ਹੈ, ਅਸੀਂ